ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਢਾਕਾ 'ਚੋਂ ਨਿਕਲ ਕੇ ਇੱਕ ਬੀਆਬਾਨ ਜੰਗਲ ਦੇ ਵਿੱਚ ਚਲੇ ਗਏ। ਉਹ ਜੰਗਲ ਅਸਾਮ ਦੇ ਵਿੱਚ ਸੀ। ਉਹ ਕਾਮਰੂਪ ਦਾ ਜੰਗਲ ਸੀ ਅਤੇ ਉੱਥੋਂ ਦੀ ਰਾਣੀ ਸੀ ਨੂਰ ਸ਼ਾਹ, ਅਤੇ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸੀ। ਅਤੇ ਉਹ ਉਸ ਬੀਆਬਾਨ ਜੰਗਲ ਦੇ ਵਿੱਚ ਜਾ ਕੇ ਉਹਨਾਂ ਨੇ ਆਪਣਾ ਆਸਣ ਲਗਾਇਆ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ, ਢਾਕਾ 'ਚ ਕਿੰਨਾ ਵਧੀਆ ਸੀਗਾ, ਖਾਣਾ ਪੀਣਾ, ਈਸ਼ਵਰ ਦੀ ਬੰਦਗੀ ਕਰਨਾ, ਸਾਰਾ ਕੁਛ ਇੱਕ ਸਮੇਂ 'ਤੇ ਚੱਲ ਰਿਹਾ ਸੀਗਾ। ਪਰ ਇੱਕ ਪਾਸੇ ਹੁਣ ਇਹ ਸਥਾਨ ਆ ਜਿੱਥੇ ਨਾ ਕੋਈ ਖਾਣਾ ਵਾ, ਨਾ ਪੀਣਾ ਆ, ਅਤੇ ਨਾ ਹੀ ਕਿਤੇ ਸੌਣ ਦੀ ਸਹੀ ਜਗ੍ਹਾ ਆ। ਵੀ ਨਾ ਜਾਣੇ ਤੁਸੀਂ ਇੱਥੇ ਕਿਉਂ ਆਏ ਆ, ਮੈਨੂੰ ਨਾਲ ਲੈ ਕੇ ਇਸ ਜੰਗਲ 'ਚ ਕਿਉਂ ਆਏ ਆ ਆਪਾਂ, ਅਤੇ ਹਾਲੇ ਤੱਕ ਆਪਾਂ ਨੂੰ ਭੋਜਨ ਨਸੀਬ ਨਹੀਂ ਹੋਇਆ, ਭੋਜਨ ਨਹੀਂ ਅਸੀਂ ਕੀਤਾ। ਅਤੇ ਮੈਂ ਕਿਤੇ ਜਾਂਦਾ ਨੇੜੇ ਤੇੜੇ ਦੇਖਦਾ ਕਿਤੋਂ ਭੋਜਨ ਮਿਲਦਾ ਅਤੇ ਭੋਜਨ ਲੈ ਕੇ ਆਉਣਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਕਿ ਮਰਦਾਨਾ ਜੀ, ਸ਼ਹਿਰ ਨਹੀਂ ਜਾਣਾ, ਤੁਸੀਂ ਮੇਰੇ ਕੋਲ ਹੀ ਰਹਿਣਾ ਆ, ਮੇਰੇ ਕੋਲ ਹੀ ਰਹੋ। ਹੁਣ ਰਾਤ ਪੈ ਗਈ, ਰਾਤ ਬੀਤੀ, ਅਗਲੀ ਸਵੇਰ ਹੋਈ। ਸਵੇਰੇ ਭਾਈ ਮਰਦਾਨਾ ਜੀ ਨੇ ਫਿਰ ਗੁਰੂ ਜੀ ਨੂੰ ਆਖਿਆ ਕਿ ਗੁਰੂ ਜੀ, ਮੈਨੂੰ ਬਹੁਤ ਭੁੱਖ ਲੱਗੀ ਹੈ ਅਤੇ ਮੈਂ ਸ਼ਹਿਰ ਜਾਣਾ ਆ ਗੁਰੂ ਜੀ, ਅਤੇ ਭੋਜਨ ਦਾ ਪ੍ਰਬੰਧ ਕਰਕੇ ਆਉਣਾ ਵਾ। ਪਰ ਗੁਰੂ ਜੀ ਨੇ ਫਿਰ ਆਖਿਆ ਕਿ ਨਹੀਂ ਮਰਦਾਨਾ, ਸ਼ਹਿਰ ਨਹੀਂ ਜਾਣਾ, ਤੁਸੀਂ ਇੱਥੇ ਹੀ ਰਹੋ। ਇੱਦਾਂ ਹੀ 3 ਦਿਨ ਬੀਤ ਗਏ ਜੀ, 3 ਦਿਨ ਅਤੇ 3 ਰਾਤਾਂ ਬੀਤ ਗਈਆਂ। ਜਦੋਂ ਅਗਲੀ ਸਵੇਰ ਆਈ ਅਤੇ ਭਾਈ ਮਰਦਾਨਾ ਜੀ ਦਾ ਭੁੱਖ ਨਾਲ ਬੁਰਾ ਹਾਲ ਸੀ। ਉਹ ਕਹਿਣ ਲੱਗੇ ਕਿ ਗੁਰੂ ਜੀ, ਮੈਨੂੰ ਬਹੁਤ ਭੁੱਖ ਲੱਗੀ ਆ ਅਤੇ ਮੈਂ ਸ਼ਹਿਰ ਜਾਣਾ ਆ ਅਤੇ ਪ੍ਰਬੰਧ ਕਰਕੇ ਲਿਆਉਣਾ ਭੋਜਨ ਦਾ। ਪਤਾ ਨਹੀਂ ਤੁਸੀਂ ਬਾਰ-ਬਾਰ ਮੈਨੂੰ ਕਿਉਂ ਰੋਕੀ ਜਾ ਰਹੇ ਹੋ, ਕਿ ਮੈਂ ਜਲਦੀ ਹੀ ਵਾਪਸ ਆ ਜਾਵਾਂਗਾ। ਅਤੇ ਭਾਈ ਮਰਦਾਨਾ ਜੀ ਨੇ ਜਿੱਦ ਕੀਤੀ ਤਾਂ ਗੁਰੂ ਜੀ ਕਹਿੰਦੇ ਠੀਕ ਹੈ ਮਰਦਾਨਾ ਜੀ, ਤੁਸੀਂ ਜਾਓ, ਪਰ ਆਪਣਾ ਵਿਵੇਕ ਘੱਟ ਨਾ ਹੋਣ ਦਿਓ ਅਤੇ ਈਸ਼ਵਰ ਦੇ ਨਾਮ ਦੇ ਵਿੱਚ ਬਣੇ ਰਹਿਣਾ, ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਬਣੇ ਰਹਿਣਾ। ਹੁਣ ਭਾਈ ਮਰਦਾਨਾ ਜੀ ਜਾਂਦੇ ਜਾਂਦੇ ਸੋਚ ਰਹੇ ਆ ਕਿ ਜਿੱਥੇ ਆਪਾਂ ਢਾਕਾ ਦੇ ਵਿੱਚ ਰਹਿ ਰਹੇ ਸੀ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਵੀ ਨਾ ਜਾਣੇ ਗੁਰੂ ਜੀ ਇੰਨੀ ਵਧੀਆ ਜਗ੍ਹਾ ਨੂੰ ਛੱਡ ਕੇ ਇੱਦਾਂ ਦੇ ਸਥਾਨ 'ਚ ਆ ਗਏ ਜਿੱਥੇ ਕੁਛ ਨਹੀਂ ਹੈਗਾ, ਉਜਾੜ ਆ, ਅਤੇ 3 ਦਿਨਾਂ ਤੋਂ ਕੁਛ ਨਹੀਂ ਖਾਧਾ। ਇੱਦਾਂ ਮੈਂ ਈਸ਼ਵਰ ਦਾ ਭਜਨ ਕਿੱਦਾਂ ਕਰਾਂ? ਅਤੇ ਨਾਲ ਹੀ ਆਪਣੇ ਆਪ ਨਾਲ ਗੱਲਾਂ ਕਰਦੇ ਕਰਦੇ ਸੋਚ ਰਹੇ ਕਿ ਮਰਦਾਨਾ ਜੀ, ਤੁਸੀਂ ਆ ਕੀ ਕਹਿ ਰਹੇ ਆ? ਯਾਦ ਕਰੋ ਤੁਸੀਂ ਕੱਲ੍ਹ ਕੀ ਗਾ ਰਹੇ ਸੀਗੇ ਕਿ ਮੇਂਢਕ ਤਲਾਬ ਵਿੱਚ ਰਹਿੰਦਾ ਆ, ਫਿਰ ਵੀ ਉਹ ਤਲਾਬ ਦੇ ਕਮਲ ਦੇ ਰਸ ਨੂੰ ਛੱਡ ਕੇ ਚਿੱਕੜ ਨੂੰ ਪੀਂਦਾ ਆ। ਅਤੇ ਦੂਜੇ ਪਾਸੇ ਇੱਕ ਮਧੂਮੱਖੀ ਆ ਜਿਹੜੀ ਦੂਰ ਤੋਂ ਆਉਂਦੀ ਆ ਅਤੇ ਕਮਲ ਦਾ ਰਸ ਪੀਂਦੀ ਹੈ। ਅਤੇ ਮੈਂ ਤਾਂ ਸਾਕਸ਼ਾਤ ਈਸ਼ਵਰ ਦੇ ਨਾਲ ਰਹਿੰਦਾ ਆ, ਉਸ ਅਕਾਲ ਪੁਰਖ ਦੇ ਨਾਲ ਰਹਿੰਦਾ ਆ। ਪਤਾ ਨਹੀਂ ਕਿਉਂ ਮੈਂ ਭੋਜਨ ਵੱਲ ਖਿੱਚਿਆ ਜਾ ਰਿਹਾ ਆ, ਕਿਉਂ ਮੈਂ ਇੱਦਾਂ ਦਾ ਹੋ ਗਿਆ ਆ। ਆਪਣੇ ਨਾਲ ਗੱਲ ਕਰਦੇ ਕਰਦੇ ਭਾਈ ਮਰਦਾਨਾ ਜੀ ਇੱਕ ਸ਼ਹਿਰ ਦੇ ਵਿੱਚ ਪਹੁੰਚ ਗਏ। ਅਤੇ ਭਾਈ ਮਰਦਾਨਾ ਜੀ ਸੋਚ ਰਹੇ ਨੇ ਕਿ ਭੁੱਖ ਦੇ ਮਾਰੇ ਮੇਰਾ ਬੁਰਾ ਹਾਲ ਆ, ਪਰ ਮੈਂ ਕਿਹਦਾ ਦਰਵਾਜ਼ਾ ਖਟਖਟਾਵਾਂ ਇਸ ਅਣਜਾਣ ਸ਼ਹਿਰ ਦੇ ਵਿੱਚ। ਅਤੇ ਉਹ ਕਹਿੰਦੇ ਕਿ ਸ਼ਹਿਰ ਬੜਾ ਅਜੀਬ ਆ, ਹਰ ਪਾਸੇ ਔਰਤਾਂ ਹੀ ਔਰਤਾਂ ਆ, ਮਰਦ ਕੋਈ ਵੀ ਨਹੀਂ ਆ, ਇੱਥੇ ਬੰਦਾ ਕੋਈ ਵੀ ਨਹੀਂ ਆ। ਖੇਤਾਂ 'ਚ ਔਰਤਾਂ, ਦੁਕਾਨਾਂ 'ਚ ਔਰਤਾਂ, ਵੇਚਣ ਵਾਲੀਆਂ ਔਰਤਾਂ, ਲੈਣ ਵਾਲੀਆਂ ਔਰਤਾਂ, ਅਤੇ ਸਾਰੀਆਂ ਮੈਨੂੰ ਘੂਰ ਰਹੀਆਂ ਨੇ। ਭਾਈ ਮਰਦਾਨਾ ਜੀ ਇਹ ਸੋਚ ਰਹੇ ਕਿ ਸਾਰੀਆਂ ਮੈਨੂੰ ਘੂਰ ਰਹੀਆਂ ਨੇ, ਅਤੇ ਕੋਈ ਵੀ ਇੱਦਾਂ ਦੀ ਦਿਆਲੂ ਨਹੀਂ ਹੈ ਜਿਹੜੀ ਮੈਨੂੰ ਆਖੇ ਕਿ ਭੋਜਨ ਕਰ ਲਓ। ਸਿਰਫ ਮੈਨੂੰ ਘੂਰੀ ਜਾ ਰਹੀਆਂ ਆ। ਸਾਰਿਆਂ 'ਤੇ ਦਇਆ ਕਰਨ ਵਾਲੇ ਗੁਰੂਵਰ, ਮੇਰੇ 'ਤੇ ਕਿਰਪਾ ਕਰੋ, ਮੇਰਾ ਹੱਲ ਕਰੋ, ਮੇਰੀ ਮਦਦ ਕਰੋ, ਕਿਉਂਕਿ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਕਿ ਇਹ ਕੀ ਹੋ ਰਿਹਾ ਆ। ਅਤੇ ਸਾਰੇ ਪਾਸੇ ਗਹਿਰਾ ਸੰਨਾਟਾ ਆ। ਕੀ ਦੇਖਦੇ ਆ? ਮਹਿਲ ਦੇਖਦੇ ਆ। ਇੱਕ ਸੋਚਦੇ ਆ ਕਿ ਇਹ ਮਹਿਲ ਕਿੱਦਾਂ ਦਾ ਵਾ, ਕਿਹਦਾ ਮਹਿਲ ਆ ਇਹ? ਅਤੇ ਉਸ ਮਹਿਲ ਦੇ ਸਾਰੇ ਦਰਵਾਜ਼ੇ ਬੰਦ ਸੀ, ਪਰ ਇੱਕ ਔਰਤ ਉੱਤੋਂ ਦੇਖ ਰਹੀ ਸੀ ਭਾਈ ਮਰਦਾਨਾ ਜੀ ਵੱਲ। ਅਤੇ ਭਾਈ ਮਰਦਾਨਾ ਜੀ ਦੇ ਦਿਲ 'ਚ ਆਇਆ ਕਿ ਸ਼ਾਇਦ ਇਹ ਔਰਤ ਹੀ ਮੈਨੂੰ ਪੁੱਛ ਲਵੇ ਕਿ ਤੂੰ ਭੋਜਨ ਕਰ ਲਾ। ਪਰ ਉਸ ਔਰਤ ਨੇ ਇੱਕ ਵੀ ਸ਼ਬਦ ਨਹੀਂ ਕਿਹਾ, ਬਸ ਦੇਖਦੀ ਰਹੀ ਭਾਈ ਮਰਦਾਨਾ ਜੀ ਨੂੰ। ਅਤੇ ਭਾਈ ਮਰਦਾਨਾ ਜੀ ਨੇ ਸੋਚਿਆ ਕਿ ਮੈਂ ਇੱਥੋਂ ਅੱਗੇ ਚੱਲਦਾ ਹਾਂ। ਉਹ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹਨਾਂ ਦੇ ਪੈਰ ਜਿਹੜੇ ਸੀ ਉਹ ਚੱਲ ਨਹੀਂ ਪਾ ਰਹੇ ਸੀ, ਉਹ ਰੁਕ ਗਏ ਸੀ ਇੱਕ ਜਗ੍ਹਾ 'ਤੇ ਆ ਕੇ। ਪਰ ਉਹ ਵੀ ਪੂਰੀ ਜ਼ੋਰ ਲਾ ਰਹੇ ਸੀ ਕਿ ਮੈਂ ਚੱਲਾਂ, ਪਰ ਉਹਨਾਂ ਕੋਲ ਚੱਲਿਆ ਨਹੀਂ ਜਾ ਰਿਹਾ ਸੀ। ਉਹਨਾਂ ਨੂੰ ਐਂ ਲੱਗਿਆ ਕਿ ਸ਼ਾਇਦ ਭੁੱਖ ਦੇ ਮਾਰੇ ਮੇਰੇ ਕੋਲ ਤਾਕਤ ਨਹੀਂ ਰਹੀ ਹੁਣ ਚੱਲਣ ਦੀ। ਫਿਰ ਸੋਚਦੇ ਨੇ ਕਿ ਨਹੀਂ, ਮੇਰੇ 'ਚ ਤਾਂ ਬਹੁਤ ਤਾਕਤ ਆ, ਪਰ ਪਤਾ ਨਹੀਂ ਕੀ ਹੋ ਗਿਆ ਕਿ ਮੈਂ ਆਪਣੇ ਪੈਰ ਨਹੀਂ ਅੱਗੇ ਵਧਾ ਪਾ ਰਿਹਾ। ਉਹਨਾਂ ਦੇ ਪੈਰ ਉੱਥੇ ਹੀ ਰੁਕ ਗਏ। ਫਿਰ ਮਰਦਾਨਾ ਜੀ ਨੂੰ ਯਾਦ ਆਇਆ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, ਆਪਣਾ ਚੇਤਨ ਬਣਾ ਕੇ ਰੱਖਿਓ, ਆਪਣਾ ਵਿਵੇਕ ਨਾ ਛੱਡਿਓ ਅਤੇ ਹਿੰਮਤ ਦੇ ਨਾਲ ਕੰਮ ਲਿਓ। ਭਾਈ ਮਰਦਾਨਾ ਜੀ ਆਪਣੇ ਨਾਲ ਗੱਲਾਂ ਕਰ ਰਹੇ ਆ। ਇੰਨੇ ਨੂੰ ਹੀ ਇੱਕ ਮਹਿਲ ਦਾ ਦਰਵਾਜ਼ਾ ਖੁੱਲ੍ਹਿਆ।
ਹੁਣ ਕਿੰਨੇ ਖੋਲ੍ਹਿਆ ਇਹ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿੰਨੇ ਖੋਲ੍ਹਿਆ, ਸਿਰਫ ਦਰਵਾਜ਼ਾ ਖੁੱਲ੍ਹਿਆ ਦਿਖਿਆ। ਦਰਵਾਜ਼ਾ ਖੁੱਲ੍ਹਦਿਆਂ ਹੀ ਉਹਨਾਂ ਨੂੰ ਇੱਕ ਬਰਾਂਡਾ ਦਿਖਿਆ ਅਤੇ ਫਿਰ ਭਾਈ ਮਰਦਾਨਾ ਜੀ ਨੂੰ ਦਿਖਿਆ ਕਿ ਕਿਸੇ ਨੇ ਇੱਕ ਚਿੱਟੇ ਰੰਗ ਦੀ ਚਾਦਰ ਵਿਛਾਈ, ਅਤੇ ਕਿਹਨੇ ਵਿਛਾਈ ਉਹ ਵੀ ਨਹੀਂ ਦਿਖਿਆ। ਅਤੇ ਚਾਦਰ ਦੇ ਉੱਪਰ ਭਾਈ ਮਰਦਾਨਾ ਜੀ ਨੂੰ ਇੱਕ ਚੌਲਾਂ ਦੀ ਪਲੇਟ ਭਰੀ ਦਿਖੀ ਅਤੇ ਨਾਲ ਸਬਜ਼ੀਆਂ ਦਿਖੀਆਂ। ਅਤੇ ਭਾਈ ਮਰਦਾਨਾ ਜੀ ਤੁਰੰਤ ਅੰਦਰ ਚਲੇ ਗਏ, ਅਤੇ ਜਿਹੜੇ ਦਰਵਾਜ਼ੇ ਤੋਂ ਉਹ ਅੰਦਰ ਗਏ ਉਹ ਦਰਵਾਜ਼ਾ ਆਪਣੇ ਆਪ ਹੀ ਬੰਦ ਹੋ ਗਿਆ, ਅਤੇ ਉੱਥੇ ਚਾਵਲਾਂ ਦੀ ਭਰੀ ਪਲੇਟ ਵੀ ਨਹੀਂ ਸੀਗੀ। ਉਦੋਂ ਹੀ ਫਿਰ ਭਾਈ ਮਰਦਾਨਾ ਜੀ ਦੀ ਨਜ਼ਰ ਦੂਸਰੇ ਪਾਸੇ ਗਈ ਤਾਂ ਕੀ ਦੇਖਦੇ, ਕੰਕਾਲ ਦੇਖਦੇ, ਹੱਡੀਆਂ ਦਾ ਢਾਂਚਾ ਦੇਖਦੇ ਉੱਥੇ ਇੱਕ ਪਾਸੇ। ਅਤੇ ਉਹ ਮਾਨਵ ਕੰਕਾਲ ਨੂੰ ਦੇਖ ਕੇ ਭਾਈ ਮਰਦਾਨਾ ਜੀ ਡਰ ਗਏ ਤਾਂ ਵਾਹਿਗੁਰੂ 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 ਜਾਪ ਕਰਨ ਲੱਗੇ। ਅਤੇ ਗੁਰੂ ਜੀ ਦਾ ਨਾਮ ਜਪਣ ਦੇ ਨਾਲ ਉਹਨਾਂ ਦੇ ਮਨ 'ਚ ਥੋੜ੍ਹੀ ਜਿਹੀ ਸ਼ਾਂਤੀ ਪੈਦਾ ਹੋਈ ਦੁਬਾਰਾ। ਅਤੇ ਹੱਲੇ ਉਹਨਾਂ ਨੂੰ ਸ਼ਾਂਤੀ ਮਿਲੀ ਹੋਈ ਸੀ ਥੋੜ੍ਹੀ ਜਿਹੀ, ਤਾਂ ਉਹਨਾਂ ਨੇ ਦੂਜੇ ਪਾਸੇ ਦੇਖਿਆ ਤਾਂ ਉਹਨਾਂ ਨੂੰ 2 ਸ਼ੇਰ ਦਿਖੇ। ਉਹ ਫਿਰ ਵਾਹਿਗੁਰੂ 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 ਜਾਪ ਜਪਣ ਲੱਗੇ ਅਤੇ ਸੋਚਣ ਲੱਗੇ ਕਿ ਇਹ ਸ਼ੇਰ ਖੁੱਲ੍ਹੇ ਆ ਕਿ ਬੰਨੇ ਹੋਏ ਆ, ਪਰ ਦੋਨੋਂ ਸ਼ੇਰ ਜਿਹੜੇ ਸੀ ਉਹ ਖੰਭੇ ਨਾਲ ਬੰਨੇ ਹੋਏ ਸੀ। ਅਤੇ ਭਾਈ ਮਰਦਾਨਾ ਜੀ ਦੀ ਅਜੇ ਘਬਰਾਹਟ ਥੋੜ੍ਹੀ ਘੱਟ ਹੋਈ ਸੀਗੀ, ਅਤੇ ਉਹਨਾਂ ਦੇ ਪੈਰਾਂ ਦੇ ਕੋਲੋਂ 2 ਸੱਪ ਨਿਕਲੇ, ਕੋਬਰਾ। ਉਹਨਾਂ ਦੇ ਪੈਰਾਂ ਦੇ ਕੋਲੋਂ ਫੁੰਕਾਰ ਮਾਰਦੇ ਸੱਪ ਨਿਕਲੇ, ਅਤੇ ਭਾਈ ਮਰਦਾਨਾ ਜੀ ਨੇ ਅੱਖਾਂ ਬੰਦ ਕਰ ਲਈਆਂ ਡਰ ਦੇ ਮਾਰੇ। ਅਤੇ ਜਿੱਦਾਂ ਹੀ ਉਹਨਾਂ ਨੇ ਅੱਖਾਂ ਖੋਲ੍ਹੀਆਂ ਤਾਂ ਨਾ ਹੀ ਉੱਥੇ ਕੋਈ ਸਰਪ ਸੀ, ਨਾ ਹੀ ਉੱਥੇ ਕੋਈ ਸ਼ੇਰ ਸੀ, ਅਤੇ ਨਾ ਹੀ ਉੱਥੇ ਕੋਈ ਕੰਕਾਲ ਸੀ। ਅਤੇ ਉਹੀ ਚੌਲਾਂ ਦੀ ਭਰੀ ਪਲੇਟ ਫਿਰ ਤੋਂ ਥਾਲੀ ਜਿਹੜੀ ਸੀਗੀ ਉਹ ਉੱਥੇ ਪਈ ਹੋਈ ਸੀਗੀ, ਅਤੇ ਨਾਲ ਹੀ ਇੱਕ ਸੋਹਣੀ ਕੰਨਿਆ ਪਾਣੀ ਦਾ ਗਲਾਸ ਲੈ ਕੇ ਆਈ, ਅਤੇ ਉਹਨੇ ਚੌਲਾਂ ਦੇ ਨਾਲ ਜਿਹੜੀ ਪਲੇਟ ਸੀਗੀ ਪਲੇਟ ਦੇ ਨਾਲ ਰੱਖ ਦਿੱਤਾ। ਅਤੇ ਦੂਜੀ ਕੰਨਿਆ ਨੇ ਉਹ ਪਲੇਟ ਸਜਾਈ ਉੱਤੇ ਟੇਬਲ 'ਤੇ, ਅਤੇ ਇੱਕ ਕੁਰਸੀ ਭਾਈ ਮਰਦਾਨਾ ਜੀ ਨੂੰ ਦਿੱਤੀ ਬੈਠਣ ਵਾਸਤੇ। ਅਤੇ ਤੀਜੀ ਕੰਨਿਆ ਦੁੱਧ ਨਾਲ ਭਰਿਆ ਹੋਇਆ ਗਲਾਸ ਲੈ ਕੇ ਆਈ। ਅਤੇ ਕਿਸੇ ਨੇ ਵੀ ਭਾਈ ਮਰਦਾਨਾ ਜੀ ਨਾਲ ਗੱਲ ਨਹੀਂ ਕੀਤੀ, ਕਿਸੇ ਵੀ ਔਰਤ ਨੇ। ਇੱਦਾਂ ਦਾ ਲੱਗ ਰਿਹਾ ਸੀ ਜਿੱਦਾਂ ਕਠਪੁਤਲੀ ਦਾ ਖੇਡ ਚੱਲਦਾ ਹੁੰਦਾ। ਅਤੇ ਭਾਈ ਮਰਦਾਨਾ ਜੀ ਨੇ ਆਲੇ ਦੁਆਲੇ ਦੇਖਿਆ ਅਤੇ ਉਹਨਾਂ ਨੂੰ ਕੋਈ ਇੱਦਾਂ ਦੀ ਚੀਜ਼ ਨਹੀਂ ਲੱਗੀ ਜਿੱਥੋਂ ਉਹਨਾਂ ਨੂੰ ਡਰ ਲੱਗੇ। ਉੱਧਰੋਂ ਸਾਹਮਣੇ ਚਾਵਲ ਜਿਹੜੇ ਸੀ ਉਹ ਮਹਿਕ ਰਹੇ ਸੀ। ਭਾਈ ਮਰਦਾਨਾ ਜੀ ਟੇਬਲ 'ਤੇ ਬੈਠੇ, ਕੁਰਸੀ 'ਤੇ ਬੈਠੇ, ਅਤੇ ਉਹਨਾਂ ਨੇ ਗੁਰੂ ਜੀ ਦਾ ਨਾਮ ਲੈ ਕੇ ਭਰ ਭੇਟ ਭੋਜਨ ਕੀਤਾ। ਅਤੇ ਭੋਜਨ ਕਰਨ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਮਨ 'ਚ ਸੋਚਿਆ ਕਿ ਕਿੱਦਾਂ ਦਾ ਵਚਿੱਤਰ ਜਿਹਾ ਸ਼ਹਿਰ ਆ, ਕਿੱਦਾਂ ਦਾ ਇਹ ਸ਼ਹਿਰ ਆ ਜੀ, ਇੱਥੇ ਕੋਈ ਇੱਕ ਦੂਜੇ ਨਾਲ ਗੱਲ ਹੀ ਨਹੀਂ ਕਰਦਾ, ਅਤੇ ਇੱਥੇ ਕਿਤੇ ਕੋਈ ਜਾਦੂ ਨਾ ਹੋਵੇ, ਅਤੇ ਨਾ ਹੀ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ। ਪਤਾ ਨਹੀਂ ਇਹ ਸਭ ਕੁਝ ਹੋ ਵੀ ਰਿਹਾ ਹੈ ਕਿ ਮੇਰਾ ਵਹਿਮ ਆ। ਅਤੇ ਫਿਰ ਸੋਚਦੇ ਕਿ ਮੇਰੀ ਭੁੱਖ ਤਾਂ ਸ਼ਾਂਤ ਹੋ ਗਈ ਹੈ, ਇਹਦਾ ਮਤਲਬ ਇਹ ਵਹਿਮ ਭਰਮ ਨਹੀਂ ਹੈ ਕੋਈ ਵੀ। ਹੁਣ ਭੁੱਖ ਸ਼ਾਂਤ ਹੋ ਗਈ ਅਤੇ ਭਾਈ ਮਰਦਾਨਾ ਜੀ ਨੂੰ ਨੀਂਦ ਆਉਣ ਲੱਗ ਪਈ, ਪਰ ਦੂਜੇ ਪਾਸੇ ਉਹਨਾਂ ਦਾ ਦਿਮਾਗ ਵਾਪਸ ਗੁਰੂ ਜੀ ਕੋਲ ਜਾਣ ਵਾਸਤੇ ਕਹਿਣ ਲੱਗਾ। ਹੁਣ ਭਾਈ ਮਰਦਾਨਾ ਜੀ ਜਦੋਂ ਵਾਪਸ ਜਾਣ ਲੱਗੇ, ਤੁਰਨ ਲੱਗੇ, ਪਰ ਉੱਥੇ ਇੱਕ ਪਲੰਗ ਪਿਆ ਸੀ, ਉਹਦੇ ਉੱਤੇ ਇੱਕ ਸਫੇਦ ਰੰਗ ਦੀ ਚਾਦਰ ਪਈ ਹੋਈ ਸੀ। ਅਤੇ ਭਾਈ ਮਰਦਾਨਾ ਜੀ ਉਸ ਪਲੰਗ 'ਤੇ ਬੈਠ ਗਏ। ਅਜੇ ਬੈਠੇ ਹੀ ਸੀ, ਪਤਾ ਨਹੀਂ ਕੀ ਹੋਇਆ, ਉਹਨਾਂ ਨੂੰ ਨੀਂਦ ਆਉਣ ਲੱਗ ਪਈ, ਉੱਥੇ ਹੀ ਉਹ ਲੇਟ ਗਏ। ਅਤੇ ਲੇਟਦੇ ਹੀ ਭਾਈ ਮਰਦਾਨਾ ਜੀ ਨੂੰ ਗਹਿਰੀ ਨੀਂਦ ਆ ਗਈ, ਅਤੇ ਉਹ ਅਜੇ ਥੋੜ੍ਹੀ ਦੇਰ ਲੇਟੇ ਹੀ ਸੀ, ਨੀਂਦ ਆਈ ਸੀ, ਅਤੇ ਉਹਨਾਂ ਨੂੰ 2 ਬਿੱਲੀਆਂ ਦਿਖਾਈ ਦਿੱਤੀਆਂ। ਅਤੇ ਉਹ 2 ਬਿੱਲੀਆਂ ਜਿਹੜੀਆਂ ਕਾਲੀਆਂ ਸੀ ਉਹ ਭਾਈ ਮਰਦਾਨਾ ਜੀ ਨੂੰ ਘੂਰ ਰਹੀਆਂ ਸੀ। ਅਤੇ ਘਬਰਾਹਟ ਦੇ ਮਾਰੇ ਭਾਈ ਮਰਦਾਨਾ ਜੀ ਦੀ ਨੀਂਦ ਖੁੱਲ੍ਹ ਗਈ, ਪਰ ਜਦੋਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਉੱਥੇ ਕੁਛ ਵੀ ਨਹੀਂ ਸੀਗਾ। ਉੱਥੇ ਇੱਕ ਬਹੁਤ ਵੱਡਾ ਕਮਰਾ ਸੀ ਜਿਹੜਾ ਬੜਾ ਸੋਹਣਾ ਲੱਗ ਰਿਹਾ ਸੀ, ਅਤੇ ਥੱਲੇ ਲਾਲ ਰੰਗ ਦਾ ਕਾਲੀਨ ਵਿਛਿਆ ਹੋਇਆ ਸੀ, ਅਤੇ ਭਾਈ ਮਰਦਾਨਾ ਜੀ ਦਾ ਜਿਹੜਾ ਪਲੰਗ ਸੀ ਉਹ ਸੋਨੇ ਦਾ ਹੋ ਗਿਆ ਸੀ। ਭਾਈ ਮਰਦਾਨਾ ਜੀ ਤੁਰੰਤ ਉੱਠ ਕੇ ਬੈਠ ਗਏ ਅਤੇ ਆਲੇ ਦੁਆਲੇ ਦੇਖਣ ਲੱਗੇ, ਅਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸੋਚਣ ਲੱਗੇ ਕਿ ਲੋਕ ਕਿੰਨੇ ਸ਼ਾਨੋ ਸ਼ੌਕਤ ਨਾਲ ਰਹਿੰਦੇ ਆ, ਈਸ਼ਵਰ ਨੇ ਉਹਨਾਂ ਨੂੰ ਸਾਰੇ ਆਰਾਮ ਦਿੱਤੇ ਹੋਏ ਆ। ਅਤੇ ਸਾਹਮਣੇ ਦੇਖਦੇ ਆ 3 ਮੋਮਬੱਤੀਆਂ ਜਲ ਰਹੀਆਂ ਸੀ, ਅਤੇ ਸੋਚਣ ਲੱਗੇ ਕਿ ਇਹ ਮੋਮਬੱਤੀਆਂ ਕਿਉਂ ਜਲ ਰਹੀਆਂ ਵਾ। ਅਤੇ ਸੋਚਣ ਲੱਗੇ ਕਿ ਜਦੋਂ ਮੈਂ ਇੱਥੇ ਆਇਆ ਸੀ ਉਦੋਂ ਦਿਨ ਸੀ, ਅਤੇ ਕੀ ਹੁਣ ਰਾਤ ਤਾਂ ਨਹੀਂ ਪੈ ਗਈ ਕਿਤੇ, ਅਤੇ ਮੈਂ ਹੁਣ ਕੀ ਕਰਾਂ, ਮੈਂ ਤਾਂ ਵਾਪਸ ਜਾਣਾ ਆ, ਵਾਪਸ ਜਾਣ ਦਾ ਰਸਤਾ ਕਿਵੇਂ ਲੱਭਾਂ ਹੁਣ। ਆਖਣ ਲੱਗੇ ਕਿ ਵਾਹਿਗੁਰੂ ਮੈਨੂੰ ਰਾਸਤਾ ਦਿਖਾਓ, ਅਤੇ ਉਸੇ ਗੇਟ ਵੱਲ ਦੁਬਾਰਾ ਚੱਲ ਲੱਗੇ ਜਿੱਥੋਂ ਉਹ ਅੰਦਰ ਆਏ ਸੀ। ਪਰ ਕੀ ਦੇਖਦੇ, ਇੱਕ ਬੜੀ ਹੀ ਖੂਬਸੂਰਤ ਔਰਤ ਆਪਣੇ ਘੁਟਨਿਆਂ ਦੇ ਬਲ ਉੱਥੇ ਬੈਠ ਗਈ, ਅਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੀ ਕਿ ਬੋਲੋ ਮੇਰੇ ਲਈ ਕੀ ਆਦੇਸ਼ ਆ। ਅਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਮੈਨੂੰ ਬਾਹਰ ਜਾਣ ਦਾ ਰਸਤਾ ਦੱਸੋ। ਅਤੇ ਉਹ ਖੂਬਸੂਰਤ ਔਰਤ ਬੋਲੀ ਕਿ ਕਿੱਥੇ ਜਾਓਗੇ। ਅਤੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਜੰਗਲ 'ਚ ਜਾਣਾ ਆ, ਮੇਰੇ ਗੁਰੂ ਜੀ ਉੱਥੇ ਮੇਰਾ ਇੰਤਜ਼ਾਰ ਕਰ ਰਹੇ ਆ। ਅਤੇ ਉਸ ਖੂਬਸੂਰਤ ਔਰਤ ਨੇ ਕਿਹਾ ਕਿ ਜੇ ਉਹ ਵੀ ਇੱਥੇ ਹੀ ਆ ਜਾਣ ਅਤੇ ਫਿਰ ਵੀ ਜਾਣਾ ਤੁਸੀਂ। ਅਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਹਾਂ ਉਹ ਗੁਰੂ ਜੀ ਇੱਥੇ ਆ ਜਾਣਗੇ, ਕਿਉਂਕਿ ਮੈਨੂੰ ਬੜੀ ਦੇਰ ਹੋ ਚੁੱਕੀ ਹੈ ਨਿਕਲੇ ਹੋਏ ਉੱਥੋਂ। ਅਤੇ ਆਖਣ ਲੱਗੇ ਮੇਰੀ ਹੀ ਗਲਤੀ ਸੀ ਕਿ ਮੈਂ ਉਹਨਾਂ ਦੇ ਬਿਨਾਂ ਉਹਨਾਂ ਦੀ ਗੱਲ ਨਹੀਂ ਮੰਨੀ, ਉਹਨਾਂ ਦੇ ਮਨ੍ਹਾ ਕੀਤੇ 'ਤੇ ਵੀ ਮੈਂ ਇੱਥੇ ਆਇਆ ਵਾਂ, ਪਰ ਮੈਨੂੰ ਮੇਰੇ ਗੁਰੂ ਜੀ ਮਾफ़ ਕਰ ਦੇਣਗੇ, ਉਹ ਬਹੁਤ ਦਿਆਲੂ ਨੇ, ਬੜੇ ਦਇਆਵਾਨ ਨੇ। ਤਾਂ ਉਹ ਖੂਬਸੂਰਤ ਔਰਤ ਬੋਲੀ ਕਿ
ਗੁਰੂ ਜੀ ਜ਼ਰੂਰ ਆਉਣਗੇ, ਉਹ ਜ਼ਰੂਰ ਆਉਣਗੇ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਕੀ ਮੇਰੇ ਗੁਰੂਵਰ ਇੱਥੇ ਆ ਚੁੱਕੇ ਨੇ? ਤੇ ਉਹ ਖੂਬਸੂਰਤ ਔਰਤ ਨੇ ਜਵਾਬ ਦਿੱਤਾ ਕਿ ਨਹੀਂ, ਹਲੇ ਤੱਕ ਤਾਂ ਉਹ ਨਹੀਂ ਆਏ, ਪਰ ਆ ਜਾਣਗੇ। ਤੇ ਜਦੋਂ ਤੁਹਾਨੂੰ ਲੈਣ ਇੱਥੇ ਆਏ ਤਾਂ ਉਹ ਵੀ ਇੱਥੇ ਦੇ ਹੀ ਹੋ ਕੇ ਰਹਿ ਜਾਣਗੇ। ਤੇ ਉਹ ਔਰਤ ਆਖਣ ਲੱਗੀ ਕਿ ਤੁਸੀਂ ਨਾ ਆ ਜਾਓ ਬਾਹਰ ਭਾਈ ਮਰਦਾਨਾ ਜੀ ਨੂੰ, ਕਿ ਬਾਹਰ ਘਣਾ ਜੰਗਲ ਆ, ਸਾਰੇ ਪਾਸੇ ਜੰਗਲੀ ਜਾਨਵਰ ਆ, ਤੁਹਾਨੂੰ ਮਾਰ ਦੇਣਗੇ, ਤੁਹਾਨੂੰ ਖਾ ਲੈਣਗੇ। ਤੇ ਜੇ ਤੁਸੀਂ ਜਾਣਾ ਹੀ ਹੈ ਤਾਂ ਤੁਸੀਂ ਕੱਲ੍ਹ ਨੂੰ ਚਲੇ ਜਾਣਾ, ਤੇ ਅੱਜ ਰਾਤ ਇੱਥੇ ਹੀ ਆਰਾਮ ਕਰੋ। ਭਾਈ ਮਰਦਾਨਾ ਜੀ ਨੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਤੇ ਉਸ ਔਰਤ ਨੇ ਆਖਿਆ, ਉਸ ਕੁੜੀ ਨੇ ਆਖਿਆ ਕਿ ਮੈਂ ਮੁਰੀਦ ਹਾਂ, ਕਦੇ ਮੈਂ ਇੱਕ ਰਾਣੀ ਸੀ, ਪਰ ਜਦੋਂ ਦੀ ਮੈਂ ਇੱਥੇ ਇਸ ਐਸ਼ੋ ਆਰਾਮ 'ਚ ਆਈ, ਮੈਂ ਇੱਥੇ ਦੇ ਹੀ ਹੋ ਕੇ ਰਹਿ ਗਈ। ਤੇ ਆਖਣ ਲੱਗੀ ਕਿ ਤੁਸੀਂ ਇੱਥੇ ਇੰਨਾ ਕੁ ਐਸ਼ੋ ਆਰਾਮ ਪਾਓਗੇ ਕਿ ਤੁਹਾਡਾ ਇੱਥੋਂ ਜਾਣ ਨੂੰ ਜੀਅ ਨਹੀਂ ਕਰੇਗਾ। ਉਸ ਕੁੜੀ 'ਚ ਪਤਾ ਨਹੀਂ ਕਿੱਦਾਂ ਦਾ ਸੰਮੋਹਨ ਸ਼ਕਤੀ ਸੀ ਕਿ ਭਾਈ ਮਰਦਾਨਾ ਜੀ ਉਹਦੀ ਗੱਲਾਂ 'ਚ ਆ ਗਏ। ਭਾਈ ਮਰਦਾਨਾ ਜੀ ਨੂੰ ਵਸ਼ 'ਚ ਕਰਨ ਲਈ ਉਹ ਕੁੜੀ, ਉਹ ਔਰਤ ਭਾਈ ਮਰਦਾਨਾ ਜੀ ਨੂੰ ਹੋਰ ਸਮਝਾਉਣ ਲੱਗੀ ਕਿ ਤੁਸੀਂ ਇੱਥੇ ਰਹੋ, ਕਿ ਤੁਸੀਂ ਤਲਵੰਡੀ ਤੋਂ ਢਾਕਾ ਪੈਦਲ ਚੱਲ ਕੇ ਆਏ, ਭਿਅੰਕਰ ਧੁੱਪ 'ਚ ਤੁਸੀਂ ਸੜੇ, ਬਾਰਿਸ਼ 'ਚ ਚੱਲੇ, ਦਿਨ ਰਾਤ ਬਿਨਾਂ ਥੱਕੇ, ਭੁੱਖੇ ਪਿਆਸੇ ਤੁਸੀਂ ਚੱਲਦੇ ਰਹੇ, ਕੀ ਤੁਸੀਂ ਥੱਕੇ ਨਹੀਂ? ਉਹ ਸਾਰਾ ਕੁਝ ਸੋਚ ਕੇ ਭਾਈ ਮਰਦਾਨਾ ਜੀ ਦਾ ਦਿਲ ਕੰਬਣ ਲੱਗ ਪਿਆ, ਤੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਸੀ, ਅਥਰੂ ਸੀ। ਤੇ ਉਹਨਾਂ ਦੇ ਮਨ ਨੇ ਆਖਿਆ ਕਿ ਜੇ ਇੰਨੇ ਮਹੀਨਿਆਂ ਦੀ ਥਕਾਨ ਤੋਂ ਬਾਅਦ ਜੇ ਮੈਨੂੰ ਥੋੜ੍ਹਾ ਜਿਹਾ ਆਰਾਮ ਮਿਲ ਰਿਹਾ ਆ ਤੇ ਕੀ ਬੁਰਾਈ ਆ। ਮੈਂ ਸਮਝਦਾ ਹਾਂ ਕਿ ਅਸੀਂ ਈਸ਼ਵਰ ਦੇ ਸੰਦੇਸ਼ ਵਾਹਕ ਹਾਂ, ਪਰ ਅਸੀਂ ਉਸ ਅਕਾਲ ਪੁਰਖ ਦਾ ਸੰਦੇਸ਼ ਵੀ ਤਾਂ ਹੀ ਦੇ ਪਾਵਾਂਗੇ ਨਾ ਜੇ ਸਾਡਾ ਸਰੀਰ ਤੰਦਰੁਸਤ ਰਹੂਗਾ। ਤੇ ਅੱਜ ਰਾਤ ਇੱਥੇ ਹੀ ਆਰਾਮ ਕਰ ਲੈਣਾ ਵਾ, ਕੱਲ੍ਹ ਫਿਰ ਗੁਰੂ ਜੀ ਕੋਲ ਚਲਾ ਜਾਊਂਗਾ। ਤਾਂ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਜੇ ਮੈਂ ਅੱਜ ਰਾਤ ਇੱਥੇ ਰੁਕ ਗਿਆ ਤਾਂ ਮੈਨੂੰ ਕੋਈ ਪਰੇਸ਼ਾਨ ਤਾਂ ਨਹੀਂ ਕਰੂਗਾ, ਕਿਉਂਕਿ ਜਦੋਂ ਮੈਂ ਇੱਥੇ ਆਇਆ ਸੀ ਮੈਨੂੰ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ। ਤੇ ਉਹ ਕੁੜੀ ਬੋਲੀ, ਨਹੀਂ ਨਹੀਂ, ਕਿੱਦਾਂ ਦੀ ਤਕਲੀਫ, ਤੁਸੀਂ ਰਹੋ ਇੱਥੇ, ਰਾਤ ਆਰਾਮ ਕਰੋ। ਤੇ ਭਾਈ ਮਰਦਾਨਾ ਜੀ ਦਾ ਦਿਲ ਤੇ ਦਿਮਾਗ ਗੁਰੂ ਜੀ ਨੂੰ ਯਾਦ ਕਰਨ ਲੱਗਾ ਕਿ ਗੁਰੂ ਜੀ ਨੇ ਮੈਨੂੰ ਆਖਿਆ ਸੀ ਕਿ ਆਪਣਾ ਵਿਵੇਕ ਨਾ ਖੋਇਓ, ਤੇ ਮੈਨੂੰ ਉਹਨਾਂ ਨੇ ਇੱਦਾਂ ਕਿਉਂ ਆਖਿਆ ਸੀ? ਮੈਂ ਤਾਂ ਇੱਥੇ ਭੋਜਨ ਲੱਭਣ ਆਇਆ ਸੀ। ਐਸਾ ਗੁਰੂ ਜੀ ਨੇ ਕੀ ਵੇਖਿਆ ਕਿ ਜੋ ਉਹਨਾਂ ਨੇ ਮੈਨੂੰ ਵਿਵੇਕ 'ਚ ਰਹਿਣ ਨੂੰ ਆਖਿਆ? ਸ਼ਾਇਦ ਗੁਰੂ ਜੀ ਨੇ ਇਹ ਮੈਨੂੰ ਇਸ ਕਰਕੇ ਕਿਹਾ ਹੋਣਾ ਕਿਉਂਕਿ ਇੱਥੋਂ ਦੇ ਲੋਕ ਤਾਂਤਰਿਕ ਤੇ ਕਰਮ ਕਾਂਡਾਂ ਦੇ ਵਿੱਚ ਯਕੀਨ ਕਰਦੇ ਨੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਭੂਤ ਕਾਲ, ਵਰਤਮਾਨ ਤੇ ਭਵਿੱਖ ਸਾਰਾ ਕੁਝ ਹੀ ਦੇਖ ਸਕਦੇ ਨੇ। ਉਹ ਤਾਂ ਅਕਾਲ ਪੁਰਖ ਹੀ ਨੇ, ਤੇ ਉਹ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਉਹਨਾਂ ਦਾ ਕਿੱਦਾਂ ਦਾ ਸ਼ਿਸ਼ ਹਾਂ ਕਿ ਮੈਂ ਆਪਣਾ ਭੋਜਨ ਕਰਨ ਤੋਂ ਪਛਾਤ ਉਹਨਾਂ ਕੋਲ ਜਾਣ ਦੀ ਬਜਾਏ ਇੱਥੇ ਸੌਣ ਦੀ ਸੋਚੀ ਜਾਣਾ। ਉਸ ਔਰਤ ਨੇ ਫਿਰ ਆਖਿਆ ਭਾਈ ਮਰਦਾਨਾ ਜੀ ਨੂੰ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਤੁਸੀਂ ਕਿਉਂ ਰੋ ਰਹੇ ਹੋ? ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਮੇਰੇ ਗੁਰੂ ਹੀ ਮੇਰੇ ਈਸ਼ਵਰ ਨੇ, ਮੇਰਾ ਧਰਮ ਕਹਿੰਦਾ ਹੈ ਕਿ ਪਹਿਲੇ ਉਹਨਾਂ ਨੂੰ ਭੋਜਨ ਕਰਨਾ ਚਾਹੀਦਾ ਸੀ, ਪਰ ਪਤਾ ਨਹੀਂ ਅੱਜ ਇਹ ਕੀ ਹੋਇਆ ਕਿ ਪਹਿਲਾਂ ਮੈਂ ਭੋਜਨ ਕਰ ਰਿਹਾ ਤੇ ਉਹਨਾਂ ਨੂੰ ਭੁੱਖਾ ਪਿਆਸਾ ਛੱਡ ਕੇ ਮੈਂ ਸੌਣ ਦਾ ਸੋਚੀ ਜਾਂਦਾ ਇੱਥੇ। ਤੇ ਉਹ ਔਰਤ ਕਹਿੰਦੀ ਕਿ ਤੁਸੀਂ ਇੱਦਾਂ ਰੋ ਨਾ, ਅਸੀਂ ਤੁਹਾਨੂੰ ਭੋਜਨ ਕਰਾਉਣ ਤੋਂ ਪਹਿਲਾਂ ਤੁਹਾਡੇ ਗੁਰੂ ਜੀ ਨੂੰ ਭੋਜਨ ਭੇਜ ਚੁੱਕੇ ਹਾਂ। ਇਹ ਸੁਣ ਕੇ ਭਾਈ ਮਰਦਾਨਾ ਜੀ ਨੂੰ ਥੋੜ੍ਹੀ ਜਿਹੀ ਸ਼ਾਂਤੀ ਮਿਲੀ, ਪਰ ਭਾਈ ਮਰਦਾਨਾ ਜੀ ਦਾ ਦਿਮਾਗ ਕਦੇ ਕੁਝ ਸੋਚ ਰਿਹਾ ਸੀ, ਕਦੇ ਕੁਝ ਸੋਚ ਰਿਹਾ ਸੀ। ਤੇ ਦੇਖਦੇ ਹੀ ਦੇਖਦੇ ਉੱਥੇ ਇੱਕ ਹੋਰ ਬਹੁਤ ਸੋਹਣੀ ਖੂਬਸੂਰਤ ਔਰਤ ਆਈ, ਉਹਦੇ ਹੱਥ ਦੇ ਵਿੱਚ ਸ਼ਰਾਬ ਸੀ। ਤਾਂ ਉਹ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੀ ਕਿ ਤੁਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਆ, ਤੁਸੀਂ ਇਹ ਪੀ ਲਓ। ਤੇ ਉਹ ਆਖਣ ਲੱਗੀ ਕਿ ਇਹ ਅੰਗੂਰਾਂ ਦਾ ਰਸ ਆ ਜਿਹੜਾ ਕਾਬੁਲ ਤੋਂ ਲਿਆਇਆ ਗਿਆ। ਪਰ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਇਹ ਅੰਗੂਰਾਂ ਦਾ ਰਸ ਆ ਕਿ ਸ਼ਰਾਬ ਆ? ਤੇ ਉਹ ਕੁੜੀ ਆਖਣ ਲੱਗੀ, ਔਰਤ ਆਖਣ ਲੱਗੀ ਕਿ ਇਹ ਤਾਂ ਅੰਮ੍ਰਿਤ ਰਸ ਹੈ। ਉਦੋਂ ਹੀ ਫਿਰ ਭਾਈ ਮਰਦਾਨਾ ਜੀ ਦੇ ਕੰਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਵਾਜ਼ ਗੂੰਜਣ ਲੱਗੀ ਕਿ ਸ਼ਰਾਬ ਤੁਹਾਡਾ ਵਿਵੇਕ ਨਸ਼ਟ ਕਰ ਦਿੰਦੀ ਹੈ, ਤੁਹਾਨੂੰ ਉਸ ਅਕਾਲ ਪੁਰਖ ਤੋਂ, ਈਸ਼ਵਰ ਤੋਂ ਦੂਰ ਕਰ ਦਿੰਦੀ ਹੈ। ਤੇ ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਇੱਕ ਪਾਸੇ ਮੈਨੂੰ ਕਹਿ ਰਹੇ ਕਿ ਅਸੀਂ ਮਹਿਮਾਨ ਦੀ ਸੇਵਾ ਬਿਨਾਂ ਲਾਲਚ ਦੇ ਕਰਦੇ ਹਾਂ, ਦੂਜੇ ਪਾਸੇ ਮੈਨੂੰ ਸ਼ਰਾਬ ਰੂਪੀ ਜ਼ਹਿਰ ਪਿਲਾ ਰਹੇ ਨੇ। ਤੇ ਆਖਣ ਲੱਗੇ, ਮਰਦਾਨਾ ਆਪਣੇ ਆਪ ਨੂੰ ਬਚਾ, ਇਹ ਤੈਨੂੰ ਤੁਹਾਡੇ ਗੁਰੂ ਤੋਂ ਦੂਰ ਕਰ ਦੇਣਗੇ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਨਹੀਂ, ਮੈਨੂੰ ਆਪਣੇ ਗੁਰੂ ਜੀ ਕੋਲ ਵਾਪਸ ਜਾਣਾ ਆ। ਇਹ ਆਖ ਕੇ ਭਾਈ ਮਰਦਾਨਾ ਜੀ ਬਾਹਰ ਨਿਕਲਣ ਦੇ ਲਈ ਚੱਲ ਪਏ। ਤੇ ਉਹ ਔਰਤ ਆਖਣ ਲੱਗੀ ਕਿ ਤੁਸੀਂ ਕਿੱਥੇ ਜਾ ਰਹੇ ਹੋ? ਸਾਰੀ ਦੁਨੀਆ ਘੁੰਮਣ ਦੇ ਬਾਅਦ ਤਾਂ ਤੁਸੀਂ ਇੱਥੇ ਆਏ ਹੋ, ਤੁਸੀਂ ਇੱਥੇ ਹੀ ਰਹੋ, ਤੁਹਾਨੂੰ ਸਭ ਆਰਾਮ ਦੀਆਂ ਚੀਜ਼ਾਂ ਇੱਥੇ ਹੀ ਮਿਲਣਗੀਆਂ, ਤੁਹਾਨੂੰ ਸ਼ਾਨੋ ਸ਼ੌਕਤ ਦੀਆਂ ਚੀਜ਼ਾਂ ਸਭ ਇੱਥੇ ਮਿਲਣਗੀਆਂ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਨਹੀਂ, ਮੈਨੂੰ ਜਾਣਾ ਹੈ ਇੱਥੋਂ। ਤੇ ਔਰਤ ਕਹਿੰਦੀ ਕਿ ਤੁਹਾਡਾ ਮਨ ਵੀ ਇਹੀ ਗੱਲ ਕਹਿ ਰਿਹਾ ਆ? ਤੇ ਭਾਈ ਮਰਦਾਨਾ ਜੀ ਕਹਿੰਦੇ ਮਨ ਤਾਂ ਨਹੀਂ ਕਹਿ ਰਿਹਾ ਜਾਣ ਨੂੰ। ਤੇ ਉਹ ਔਰਤ ਆਖਣ ਲੱਗੀ ਕਿ ਤੁਸੀਂ ਆਪਣੇ ਮਨ ਦੀ ਸੁਣੋ,
ਤੇ ਭਾਈ ਮਰਦਾਨਾ ਜੀ ਕਹਿੰਦੇ ਕਿ ਇਹ ਸ਼ਰਾਬ ਦੇਖ ਕੇ ਮੇਰਾ ਮਨ ਅਸ਼ਾਂਤ ਹੋ ਗਿਆ ਆ। ਤੇ ਉਹ ਔਰਤ ਕਹਿੰਦੀ ਕਿ ਨਹੀਂ, ਇਹ ਸ਼ਰਾਬ ਨਹੀਂ ਹੈ, ਇਹ ਤਾਂ ਤਾਜ਼ਾ ਅੰਗੂਰਾਂ ਦਾ ਰਸ ਆ, ਜਿਸ ਨੂੰ ਸਾਧੂ ਪੀਆ ਕਰਦੇ ਨੇ, ਇਹ ਤੈਨੂੰ ਸ਼ਾਂਤੀ ਦਊਗਾ। ਇਹ ਸੁਣ ਕੇ ਭਾਈ ਮਰਦਾਨਾ ਜੀ ਫਿਰ ਬੈਠ ਗਏ, ਪਰ ਅਜੇ ਵੀ ਉਹਨਾਂ ਦਾ ਮਨ ਤੇ ਦਿਮਾਗ ਅਸ਼ਾਂਤ ਸੀ। ਇੱਕ ਮਨ ਕਰ ਰਿਹਾ ਸੀ ਕਿ ਉਹ ਇੱਥੇ ਰੁਕਣ ਤੇ ਦੂਜਾ ਮਨ ਕਰ ਰਿਹਾ ਸੀ ਉਹ ਗੁਰੂ ਜੀ ਕੋਲ ਵਾਪਸ ਜਾਣ। ਪਰੰਤੂ ਭਾਈ ਮਰਦਾਨਾ ਜੀ ਉੱਥੇ ਲੇਟ ਗਏ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਥੋੜ੍ਹੀ ਦੇਰ 'ਚ ਹੀ ਉਹਨਾਂ ਦੀ ਨੀਂਦ ਫਿਰ ਖੁੱਲ੍ਹ ਗਈ ਤੇ ਉਹਨਾਂ ਨੇ ਉੱਠ ਕੇ ਗੁਰੂ ਜੀ ਦਾ ਸਿਮਰਨ ਕੀਤਾ। ਵਾਹਿਗੁਰੂ 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 ਵਾਹਿਗੁਰੂ। ਪੂਰਾ ਮਹਿਲ ਉਹਨਾਂ ਦੀ ਸੁਰੀਲੀ ਆਵਾਜ਼ ਦੇ ਵਿੱਚ ਖੋ ਗਿਆ ਸੀ ਤੇ ਉਹ ਉੱਠ ਕੇ ਬਾਹਰ ਜਾਣ ਦਾ ਰਸਤਾ ਲੱਭਣ ਲੱਗੇ ਤੇ ਭਾਈ ਮਰਦਾਨਾ ਜੀ ਦਾ ਸਿਰ ਅੰਧੇਰੇ ਵਿੱਚ ਇੱਕ ਦੀਵਾਰ ਨਾਲ ਟਕਰਾਇਆ ਤੇ ਉਹ ਸਿਰ ਟਕਰਾਉਣ ਦੇ ਪਛਾਤ ਉਹ ਆਪਣੇ ਪੂਰੇ ਹੋਸ਼ੋ ਆਵਾਜ਼ ਦੇ ਵਿੱਚ ਆ ਗਏ ਤੇ ਰੋਣ ਲੱਗੇ ਤੇ ਆਖਣ ਲੱਗੇ, ਗੁਰੂ ਜੀ ਮੈਂ ਕਿੱਥੇ ਆ ਗਿਆ ਹਾਂ, ਚਾਰੇ ਪਾਸੇ ਅੰਧਕਾਰ ਹੀ ਅੰਧਕਾਰ ਆ, ਇੱਥੋਂ ਜਾਣ ਦਾ ਕੋਈ ਵੀ ਰਸਤਾ ਨਹੀਂ ਲੱਭ ਰਿਹਾ, ਮੇਰੀ ਮਦਦ ਕਰੋ ਗੁਰੂ ਜੀ, ਮੈਨੂੰ ਇੱਥੋਂ ਕੱਢੋ। ਤੇ ਭਾਈ ਮਰਦਾਨਾ ਜੀ ਬਿਲਕੁਲ ਅਸਹਾਏ ਹੋ ਗਏ ਕਿਉਂਕਿ ਉਹਨਾਂ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਉਹ ਕੀ ਕਰਨ ਤੇ ਕੀ ਨਾ ਕਰਨ, ਤੇ ਉਹ ਉੱਥੇ ਹੀ ਬੈਠ ਗਏ। ਉਸ ਔਰਤ ਨੇ ਫਿਰ ਆਖਿਆ ਕਿ ਕੋਈ ਮੂਰਖ ਹੀ ਹੋਊਗਾ ਜਿਹੜਾ ਇੱਥੋਂ ਦੀ ਸ਼ਾਨੋ ਸ਼ੌਕਤ ਨੂੰ ਛੱਡ ਕੇ ਕਿਤੇ ਜਾਊਗਾ, ਕਿ ਜਿਹੜਾ ਇੱਥੇ ਇੱਕ ਵਾਰੀ ਆਉਂਦਾ ਆ ਉਹ ਫਿਰ ਇੱਥੋਂ ਕਦੇ ਨਹੀਂ ਜਾਂਦਾ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਜਦੋਂ ਮੈਂ ਉੱਥੋਂ ਚੱਲਿਆ ਸੀ ਮੈਨੂੰ ਗੁਰੂ ਜੀ ਨੇ ਆਖਿਆ ਸੀ ਕਿ ਨਾ ਜਾਓ, ਪਰ ਹੁਣ ਮੈਂ ਇੱਥੇ ਫਸ ਚੁੱਕਿਆ ਹਾਂ। ਉਹਨਾਂ ਨੇ ਫਿਰ ਰੋ ਰੋ ਕੇ ਆਵਾਜ਼ਾਂ ਮਾਰੀਆਂ, ਗੁਰੂ ਜੀ ਮੈਨੂੰ ਇੱਥੋਂ ਕੱਢੋ, ਮੈਨੂੰ ਬਚਾਓ। ਤੇ ਉਹਨਾਂ ਨੇ ਉਹਨਾਂ ਔਰਤਾਂ ਨੂੰ ਵੀ ਕਹਿ ਦਿੱਤਾ ਕਿ ਜਦੋਂ ਮੇਰੇ ਗੁਰੂ ਮੇਰੇ ਨਾਲ ਆ, ਤੁਹਾਨੂੰ ਨਹੀਂ ਪਤਾ, ਮੇਰੇ ਗੁਰੂ ਮੇਰੇ ਨਾਲ ਆ, ਤੁਸੀਂ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ, ਤੇ ਮੇਰੇ ਗੁਰੂ ਮੈਨੂੰ ਲੈਣ ਲਈ ਇੱਥੇ ਜ਼ਰੂਰ ਆਉਣਗੇ। ਗੁਰੂ ਜੀ ਨੂੰ ਉਹਨਾਂ ਨੇ ਆਵਾਜ਼ਾਂ ਮਾਰੀਆਂ ਕਿ ਗੁਰੂ ਜੀ ਮੇਰੀ ਮਦਦ ਕਰੋ। ਤੇ ਉਦੋਂ ਹੀ ਉੱਥੇ ਇੱਕ ਬੜਾ ਮਿੱਠਾ ਜਿਹਾ ਸੰਗੀਤ ਵੱਜਣਾ ਸ਼ੁਰੂ ਹੋਇਆ। ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਇੱਕ ਬੜੀ ਸੁੰਦਰ ਸੋਹਣੀ ਇਸਤਰੀ ਉਹ ਸੰਗੀਤ ਗਾ ਰਹੀ ਸੀ। ਭਾਈ ਮਰਦਾਨਾ ਜੀ ਉਸ ਔਰਤ ਨੂੰ ਬਸ ਦੇਖੀ ਜਾ ਰਹੇ ਸੀ। ਭਾਈ ਮਰਦਾਨਾ ਜੀ ਪੂਰੀ ਤਰ੍ਹਾਂ ਉਸ ਔਰਤ ਦੇ ਵਸ਼ ਵਿੱਚ ਆ ਗਏ ਸੀ ਤੇ ਉਸ ਔਰਤ ਦੇ ਬਹੁਤ ਸਾਰੇ ਪ੍ਰਯਾਸ ਕਰਨ ਦੇ ਬਾਅਦ ਭਾਈ ਮਰਦਾਨਾ ਜੀ ਉਸ ਔਰਤ ਦੇ ਵਸ਼ ਵਿੱਚ ਆ ਗਏ ਤੇ ਉਹ ਔਰਤ ਭਾਈ ਮਰਦਾਨਾ ਜੀ ਦੇ ਬਿਲਕੁਲ ਕੋਲ ਆਈ ਤੇ ਆ ਕੇ ਪੁੱਛਣ ਲੱਗੀ, ਕੌਣ ਹੋ ਤੁਮ? ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਮੈਨੂੰ ਪਤਾ ਨਹੀਂ ਮੈਂ ਕੌਣ ਹਾਂ। ਤੇ ਉਹ ਔਰਤ ਨੇ ਕਿਹਾ ਕਿ ਤੁਮ ਸੰਗੀਤਕਾਰ ਹੋ, ਤੁਸੀਂ ਸੰਗੀਤਕਾਰ ਹੋ। ਤੇ ਭਾਈ ਮਰਦਾਨਾ ਜੀ ਵੀ ਪਿੱਛੇ ਪਿੱਛੇ ਆਖਣ ਲੱਗੇ ਕਿ ਹਾਂ ਹਾਂ ਮੈਂ ਇੱਕ ਸੰਗੀਤਕਾਰ ਹੂੰ, ਜੋ ਔਰਤ ਆਖੇ ਉਹੀ ਭਾਈ ਮਰਦਾਨਾ ਜੀ ਆਖਣ ਲੱਗੇ। ਤੇ ਉਸ ਔਰਤ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਗਾਓ, ਤਾਂ ਭਾਈ ਮਰਦਾਨਾ ਜੀ ਬੇਹੋਸ਼ੀ ਦੇ ਵਿੱਚ ਹੀ ਗਾਣ ਲੱਗ ਪਏ। ਹੁਣ ਉਹ ਨੂਰ ਸ਼ਾਹ ਸੀ, ਜਿਹੜੀ ਉਹ ਔਰਤ ਨੂਰ ਸ਼ਾਹ ਸੀ। ਨੂਰ ਸ਼ਾਹ ਬੜੇ ਹੀ ਮੁਸ਼ਕਲਾਂ ਦੇ ਨਾਲ ਉਹਨੇ ਭਾਈ ਮਰਦਾਨਾ ਜੀ ਨੂੰ ਵਸ਼ 'ਚ ਕਰ ਲਿਆ ਸੀ। ਨੂਰ ਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਜ਼ਿਆਦਾ ਚੇਤਨ ਕਿਸੇ ਦੇ ਵਿੱਚ ਵੀ ਨਹੀਂ ਦੇਖਿਆ ਸੀ ਤੇ ਉਹ ਬੜੀ ਖੁਸ਼ ਸੀ ਉਹਨਾਂ ਨੂੰ ਆਪਣੇ ਵਸ਼ 'ਚ ਕਰਕੇ। ਤੇ ਨੂਰ ਸ਼ਾਹ ਇਸ ਗੱਲ ਤੋਂ ਡਰਦੀ ਸੀ ਕਿ ਜੇ ਇਹ ਵਿਅਕਤੀ ਉਹਦੇ ਕਿਲੇ 'ਚੋਂ ਚਲੇ ਗਏ ਤਾਂ ਉਹਦੇ ਭਗਤਾਂ ਦੇ ਸਾਹਮਣੇ ਉਹਦੀ ਜਿਹੜੀ ਇੱਜ਼ਤ ਸੀ ਉਹ ਘਟ ਜਾਣੀ ਸੀ ਤੇ ਭਾਈ ਮਰਦਾਨਾ ਜੀ ਨੂੰ ਵਸ਼ 'ਚ ਕਰਕੇ ਉਹ ਆਪਣੇ ਭਗਤਾਂ ਸਾਹਮਣੇ ਫਿਰ ਤੋਂ ਆਪਣੀ ਤਾਕਤ ਦਿਖਾ ਸਕਦੀ ਸੀ। ਭਾਈ ਮਰਦਾਨਾ ਜੀ ਨੂਰ ਸ਼ਾਹ ਦੇ ਇੰਨੇ ਕੁ ਵਸ਼ 'ਚ ਆ ਗਏ ਸੀ ਕਿ ਉਹ ਨੂਰ ਸ਼ਾਹ ਦੀ ਹਾਂ 'ਚ ਹਾਂ ਕਰ ਰਹੇ ਸੀ ਤੇ ਨਾ 'ਚ ਨਾ। ਤੇ ਦੂਜੇ ਪਾਸੇ ਖੰਡਾ ਬ੍ਰਹਮੰਡਾਂ ਦੇ ਮਾਲਕ, ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਭਾਈ ਮਰਦਾਨਾ ਜੀ ਵਾਸਤੇ ਚਿੰਤਿਤ ਸੀਗੇ। ਇਹ ਗੱਲ ਅਲੱਗ ਸੀ ਕਿ ਗੁਰੂ ਜੀ ਨੂੰ ਤਾਂ ਪਤਾ ਸੀ ਕਿ ਉਹ ਇਸ ਥਾਂ 'ਤੇ ਕਿਉਂ ਆਏ ਨੇ। ਉਹ ਨੂਰ ਸ਼ਾਹ ਦਾ ਤਿਲਸਮ ਤੋੜਨ ਹੀ ਆਏ ਸੀ ਤੇ ਉਸ ਤਲੀਸਮ ਨੂੰ ਤੋੜਨ ਵਾਸਤੇ ਭਾਈ ਮਰਦਾਨਾ ਜੀ ਨੂੰ ਵੀ ਸ਼ਾਮਿਲ ਹੋਣਾ ਸੀ। ਗੁਰੂ ਜੀ ਵੀ ਉੱਥੇ ਪਹੁੰਚ ਗਏ, ਉਸੇ ਮਹਿਲ 'ਚ ਪਹੁੰਚ ਗਏ ਜਿੱਥੇ ਭਾਈ ਮਰਦਾਨਾ ਜੀ ਸੀਗੇ। ਗੁਰੂ ਜੀ ਨੇ ਉਸ ਪਾਸੇ ਦੇਖਿਆ ਜਿੱਥੇ ਭਾਈ ਮਰਦਾਨਾ ਜੀ ਔਰਤਾਂ ਦੇ ਵਿੱਚ ਫਸੇ ਹੋਏ ਸੀ ਤੇ ਉੱਥੇ ਪਤਾ ਨਹੀਂ ਕੀ ਗੱਲ ਹੋਈ, ਨੂਰ ਸ਼ਾਹ ਦਾ ਦਿਲ ਜਿਹੜਾ ਸੀ ਉਹ ਘਬਰਾਉਣ ਲੱਗ ਪਿਆ। ਅੱਜ ਤੱਕ ਇੱਦਾਂ ਦਾ ਕਦੇ ਵੀ ਨਹੀਂ ਹੋਇਆ ਸੀ। ਹਜੇ ਦਰਵਾਜ਼ੇ 'ਤੇ ਨੂਰ ਸ਼ਾਹ ਦੀ ਨਜ਼ਰ ਪਈ ਸੀ ਕਿ ਆਵਾਜ਼ ਆਈ ਕਿ ਸਤਿ ਹੀ ਈਸ਼ਵਰ ਹੈ, ਈਸ਼ਵਰ ਹੀ ਸਤਿ ਹੈ। ਉਹ ਦਰਵਾਜ਼ੇ ਵੱਲ ਦੇਖਣਾ ਚਾਹੁੰਦੀ ਸੀ ਪਰ ਦੇਖ ਨਹੀਂ ਪਾ ਰਹੀ ਸੀ ਕਿਉਂਕਿ ਤੇਜ਼ ਬਹੁਤ ਜ਼ਿਆਦਾ ਸੀ, ਰੋਸ਼ਨੀ ਬਹੁਤ ਜ਼ਿਆਦਾ ਸੀ। ਨੂਰ ਸ਼ਾਹ ਜਿਹੜੀ ਅੱਖਾਂ 'ਚ ਅੱਖਾਂ ਪਾ ਕੇ ਬੰਦੇ ਨੂੰ ਸਮੋਹਿਤ ਕਰ ਲੈਂਦੀ ਸੀ, ਅੱਜ ਉਹ ਖੁਦ ਕਿਸੇ ਨਾਲ ਅੱਖ ਨਹੀਂ ਮਿਲਾ ਪਾ ਰਹੀ ਸੀ। ਨੂਰ ਸ਼ਾਹ ਉੱਥੋਂ ਜਾਣਾ ਚਾਹੁੰਦੀ ਸੀ ਪਰ ਐਸੀ ਕਰਨੀ ਦੇ ਹੋਈ ਪਈ ਸੀ ਕਿ ਨੂਰ ਸ਼ਾਹ ਉੱਥੋਂ ਹਿੱਲ ਨਹੀਂ ਪਾ ਰਹੀ ਸੀ ਤੇ ਨੂਰ ਸ਼ਾਹ ਪਿੱਛੇ ਜਾਣਾ ਚਾਹੁੰਦੀ ਸੀ ਪਰ ਉੱਥੇ ਵੀ ਨਹੀਂ ਜਾ ਸਕੀ। ਹਿੰਮਤ ਕਰਕੇ ਉਹਨੇ ਆਪਣੀ ਦਾਸੀ ਨੂੰ ਗੁਰੂ ਜੀ ਵਾਸਤੇ ਭੋਜਨ ਲਿਆਉਣ ਲਈ ਕਿਹਾ
ਦਾਸੀ ਭੋਜਨ ਲੈ ਕੇ ਆਈ ਗੁਰੂ ਜੀ ਕੋਲ ਤੇ ਗੁਰੂ ਜੀ ਬੋਲੇ ਕਿ ਹਜੇ ਇਹਦਾ ਵਕਤ ਨਹੀਂ ਹੈ। ਗੁਰੂ ਜੀ ਉੱਥੇ ਇੱਕ ਪੱਥਰ ਦੇ ਵਾਂਗੂ ਖੜੇ ਸੀਗੇ। ਇੱਕ ਅੱਖ ਭਾਈ ਮਰਦਾਨਾ ਜੀ ਵੱਲ ਸੀ ਤੇ ਦੂਜੀ ਅੱਖ ਨੂਰ ਸ਼ਾਹ ਨੂੰ ਘੂਰ ਰਹੀ ਸੀ। ਨੂਰ ਸ਼ਾਹ ਨੇ ਕੁਝ ਸਾਧੂਆਂ ਨੂੰ ਵੀ ਆਪਣੇ ਵੱਸ 'ਚ ਕਰ ਰੱਖਿਆ ਸੀ। ਸਾਧੂਆਂ ਨੇ ਵੀ ਗੁਰੂ ਜੀ ਵੱਲ ਘੂਰਨਾ ਸ਼ੁਰੂ ਕੀਤਾ, ਪਰ ਉਹ ਵੀ ਗੁਰੂ ਜੀ ਦੀ ਉਸ ਤੇਜ ਨੂੰ ਵੇਖ ਕੇ ਚਕਾਚੌਂਧ ਹੋ ਗਏ, ਅੱਖਾਂ ਉਹਨਾਂ ਦੀਆਂ ਬੰਦ ਹੋ ਗਈਆਂ। ਤੇ ਗੁਰੂ ਜੀ ਬੋਲੇ, ਉਹ ਈਸ਼ਵਰ ਮਹਾਨ ਆ, ਉਹ ਅਕਾਲ ਪੁਰਖ ਮਹਾਨ ਆ। ਬਸ ਇਹੀ ਆਵਾਜ਼ ਸੁਣਦਿਆਂ ਭਾਈ ਮਰਦਾਨਾ ਜੀ ਨੂੰ ਹੋਸ਼ ਆ ਗਿਆ। ਜਿਹੜਾ ਸੰਮੋਹਨ ਸੀਗਾ ਉਹ ਟੁੱਟ ਗਿਆ ਤੇ ਨੂਰ ਸ਼ਾਹ ਦੀਆਂ ਸਾਰੀਆਂ ਦਾਸੀਆਂ ਬੇਹੋਸ਼ ਹੋ ਕੇ ਥੱਲੇ ਗਿਰਨ ਲੱਗੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਕਿ ਇਹ ਈਸ਼ਵਰ ਦੀ ਸੰਤਾਨ ਹੈ, ਇਹਨੂੰ ਛੱਡ ਦਿਓ। ਤੇ ਸੰਤਾਂ ਨੂੰ ਮੂਰਖ ਬਣਾਉਣਾ ਚੰਗੀ ਗੱਲ ਨਹੀਂ ਹੈ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਨੂੰ ਬਚਾ ਕੇ ਆਪਣੇ ਨਾਲ ਉੱਥੇ ਹੀ ਜੰਗਲ 'ਚ ਆ ਗਏ ਜਿੱਥੇ ਉਹ ਬੈਠੇ ਸੀ। ਤੇ ਗੁਰੂ ਜੀ ਬੋਲਣ ਲੱਗੇ, ਆਖਣ ਲੱਗੇ ਕਿ ਮਰਦਾਨਾ ਤੁਸੀਂ ਤਾਂ ਮੇਰੇ ਲਈ ਭੋਜਨ ਲੈਣ ਗਏ ਸੀ। ਤੇ ਭਾਈ ਮਰਦਾਨਾ ਜੀ ਬੜੀ ਹੈਰਾਨੀ ਨਾਲ ਬੋਲਣ ਲੱਗੇ ਕਿ ਕੀ ਹੋਇਆ ਗੁਰੂ ਜੀ, ਤੁਹਾਡੇ ਕੋਲ ਉਹਨਾਂ ਨੇ ਭੋਜਨ ਨਹੀਂ ਪਹੁੰਚਾਇਆ? ਉਹ ਤਾਂ ਮੈਨੂੰ ਕਹਿ ਰਹੇ ਸੀ ਕਿ ਅਸੀਂ ਪਹਿਲਾਂ ਭੋਜਨ ਗੁਰੂ ਜੀ ਨੂੰ ਪਹੁੰਚਾ ਚੁੱਕੇ ਹਾਂ। ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਸਦੇ ਹੋਏ ਬੋਲੇ ਕਿ ਮਰਦਾਨਾ ਅੱਜ ਕਿਹੜਾ ਦਿਨ ਆ? ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਗੁਰੂ ਜੀ ਅੱਜ ਤਾਂ ਤੁਹਾਡਾ ਜਨਮ ਦਿਨ ਆ। ਤੇ ਗੁਰੂ ਜੀ ਆਖਣ ਲੱਗੇ ਕਿ ਮਰਦਾਨਾ ਜੀ ਤੁਸੀਂ ਤਾਂ ਮੇਰੇ ਬਚਪਨ ਦੇ ਸਾਥੀ ਆ, ਮੇਰਾ ਜਨਮ ਦਿਨ ਮਨਾਉਣ ਲਈ ਤੁਸੀਂ ਕੀ ਪ੍ਰਬੰਧ ਕੀਤਾ ਹੋਇਆ ਆ? ਤੇ ਭਾਈ ਮਰਦਾਨਾ ਜੀ ਰੋਣ ਲੱਗ ਪਏ ਤੇ ਕਹਿਣ ਲੱਗੇ, ਗੁਰੂ ਜੀ ਮੈਂ ਚੰਗਾ ਬੰਦਾ ਨਹੀਂ ਆ, ਮੈਂ ਤੁਹਾਡੀ ਗੱਲ ਨਹੀਂ ਮੰਨੀ। ਤੇ ਭਾਈ ਮਰਦਾਨਾ ਜੀ ਨੂੰ ਰੋਂਦੇ ਵੇਖ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਹਰ ਬੁਰਾਈ ਦਾ ਅੰਤ ਹੁੰਦਾ ਆ, ਪਰ ਉਹ ਕਦੋਂ ਹੋਊਗਾ, ਕਿਹਦੇ ਮਾਧਿਅਮ ਨਾਲ ਹੋਊਗਾ ਤੇ ਕਿਹਦੇ ਦੁਆਰਾ ਹੋਊਗਾ, ਸਭ ਪਹਿਲਾਂ ਤੋਂ ਹੀ ਉਹ ਅਕਾਲ ਪੁਰਖ ਤੈਅ ਕਰ ਚੁੱਕਿਆ, ਉਹ ਈਸ਼ਵਰ ਤੈਅ ਕਰ ਚੁੱਕਿਆ। ਹਜੇ ਦੋਨਾਂ 'ਚ ਗੱਲ ਚੱਲ ਹੀ ਰਹੀ ਸੀ, ਬਾਤਚੀਤ ਹੋ ਹੀ ਰਹੀ ਸੀ ਤੇ ਭਾਈ ਤਿਖਾਣ ਜੋ ਕਿ ਗੁਰੂ ਜੀ ਦੇ ਸ਼ਿਸ਼ਯ ਸੀਗੇ, ਗੁਰੂ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਸਥਾਨ 'ਤੇ ਪਹੁੰਚੇ। ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਛਾਤ ਭਾਈ ਮਰਦਾਨਾ ਤੇ ਭਾਈ ਤ੍ਰਿਖਾਣ ਜੀ ਆਪਸ 'ਚ ਗੱਲਾਂ ਕਰਨ ਲੱਗੇ, ਜਦੋਂ ਕਿ ਗੁਰੂ ਜੀ ਈਸ਼ਵਰ ਦਾ ਸਿਮਰਨ ਕਰਨ ਲਈ ਅਲੱਗ ਸਥਾਨ 'ਤੇ ਬੈਠ ਗਏ। ਭਾਈ ਤ੍ਰਿਖਾਣ ਜੀ ਆਖਣ ਲੱਗੇ ਕਿ ਇਸ ਸ਼ਹਿਰ ਦੇ ਲੋਕ ਕਿੰਨੇ ਭਾਗਿਆਸ਼ਾਲੀ ਨੇ ਜੋ ਗੁਰੂ ਜੀ ਦੇ ਚਰਨ ਇਸ ਸ਼ਹਿਰ 'ਚ ਪਏ, ਤੇ ਹੁਣੇ ਉਹ ਮੋਹ ਮਾਇਆ ਦਾ ਜਿਹੜਾ ਤਿਲਸਮ ਆ ਉਹ ਜ਼ਰੂਰ ਟੁੱਟ ਜਾਊਗਾ। ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਕਿੱਦਾਂ ਦਾ ਤਿਲਸਮ? ਤੇ ਭਾਈ ਤ੍ਰਿਖਾਣ ਜੀ ਆਖਣ ਲੱਗੇ ਕਿ ਇੱਥੇ ਇੱਕ ਜਾਦੂਗਰਨੀ ਰਹਿੰਦੀ ਹੈ ਤੇ ਪੂਰਾ ਸ਼ਹਿਰ ਉਸ ਜਾਦੂਗਰਨੀ ਤੋਂ ਡਰਦਾ ਆ। ਅੱਜ ਤੱਕ ਜੋ ਵੀ ਉਸ ਦੇ ਚੱਕਰ ਦੇ ਵਿੱਚ ਪਿਆ ਆ ਉਹ ਮੁੜ ਕੇ ਵਾਪਸ ਨਹੀਂ ਆਇਆ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਮੈਂ ਵੀ ਤਾਂ ਇੱਕ ਇੱਦਾਂ ਦੇ ਹੀ ਤਿਲਸਮ ਦੇ ਵਿੱਚ ਚਲਾ ਗਿਆ ਸੀ ਜਿੱਥੇ ਉਹ ਲੋਕ ਆਖਦੇ ਸੀ ਕਿ ਉਹ ਨਿਸਵਾਰਥ ਭਾਵਨਾ ਨਾਲ ਸੇਵਾ ਕਰਦੇ ਨੇ। ਤੇ ਭਾਈ ਤ੍ਰਿਖਾਣ ਜੀ ਆਖਣ ਲੱਗੇ, ਭਾਈ ਮਰਦਾਨਾ ਉਹੀ ਤੇ ਆ ਇੱਕ ਜਾਦੂਗਰਨੀ ਦਾ ਤਿਲਸਮ, ਉਸ ਦੀ ਜਾਦੂ ਨਗਰੀ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਤਾਂ ਹੀ ਮੈਂ ਆਖਾਂ ਕਿ ਜਦੋਂ ਦਾ ਮੈਂ ਉੱਥੋਂ ਆਇਆ ਮੇਰਾ ਸਿਰ ਕਿਉਂ ਭਾਰੀ ਆ ਤੇ ਮੇਰਾ ਸਰੀਰ ਵੀ ਟੁੱਟ ਰਿਹਾ ਆ। ਭਾਈ ਤ੍ਰਿਖਾਣ ਜੀ ਆਖਣ ਲੱਗੇ, ਮੈਨੂੰ ਇਹੀ ਬੜੀ ਖੁਸ਼ੀ ਆ, ਚੰਗਾ ਲੱਗਿਆ ਦੇਖ ਕੇ ਕਿ ਤੁਸੀਂ ਉੱਥੋਂ ਵਾਪਸ ਆ ਗਏ। ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਮੈਂ ਆਪ ਨਹੀਂ ਵਾਪਸ ਆਇਆ, ਮੈਨੂੰ ਤਾਂ ਗੁਰੂ ਜੀ ਲੈ ਕੇ ਆਏ ਵਾਪਸ, ਮੈਂ ਤਾਂ ਫਸ ਗਿਆ ਸੀ ਚੱਕਰ 'ਚ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਤੁਸੀਂ ਕਿਹੜੀ ਜਾਦੂਗਰਨੀ ਦੀ ਗੱਲ ਕਰ ਰਹੇ ਹੋ? ਕਹਿੰਦੇ ਜਿਸ ਥਾਂ 'ਚ ਤੁਸੀਂ ਫਸ ਗਏ ਸੀ। ਭਾਈ ਤ੍ਰਿਖਾਣ ਜੀ ਆਖਣ ਲੱਗੇ ਕਿ ਜਿਸ ਥਾਂ 'ਚ ਤੁਸੀਂ ਫਸ ਗਏ ਸੀ ਉੱਥੇ ਪਹਿਲਾਂ ਇੱਕ ਫਕੀਰ ਰਹਿੰਦਾ ਸੀ। ਉਸ ਜਾਦੂਗਰਨੀ ਨੇ ਉੱਥੇ ਨਰਕ ਤੇ ਸਵਰਗ ਦੋਨੋਂ ਹੀ ਬਣਾ ਰੱਖੇ ਆ ਤੇ ਆਪ ਉਹ ਜਾਦੂਗਰਨੀ ਜਿੱਥੇ ਫਕੀਰ ਰਹਿੰਦਾ ਸੀ ਉੱਥੇ ਰਹਿਣ ਲੱਗੀ, ਉਹ ਆਪ ਰਾਣੀਆਂ ਵਾਂਗੂ ਰਹਿੰਦੀ ਆ ਤੇ ਜਾਦੂਗਰਨੀ ਸਮੋਹਿਤ ਕਰਕੇ ਉਹਨਾਂ ਨੂੰ ਆਪਣਾ ਦਾਸ ਬਣਾ ਲੈਂਦੀ ਹੈ। ਤੇ ਭਾਈ ਮਰਦਾਨਾ ਜੀ ਨੂੰ ਸਮਝ ਲੱਗ ਗਈ ਸੀ ਗੱਲ ਕਿ ਕਿਉਂ ਉੱਥੇ ਕਦੇ ਸ਼ੇਰ ਦੇਖਦੇ ਸੀ, ਕਦੇ ਕੰਕਾਲ ਦੇਖਦੇ ਸੀ, ਕਦੇ ਸਰਪ ਦੇਖਦੇ ਸੀ, ਕਦੇ ਜਨਾਨੀਆਂ ਸ਼ਰਾਬ ਲੈ ਕੇ ਆਉਂਦੀਆਂ ਸੀ, ਕਦੇ ਰੋਟੀ ਲੈ ਕੇ ਆਉਂਦੀਆਂ ਸੀ। ਤੇ ਉੱਥੇ ਹਰ ਕੋਈ ਭਟਕ ਰਿਹਾ ਹੈ, ਕੋਈ ਸਾਧੂ ਤਾਂਤਰਿਕ ਵਿੱਦਿਆ ਨਾਲ ਲੋਕਾਂ ਨੂੰ ਵਸ਼ 'ਚ ਕਰ ਰਿਹਾ ਹੈ ਤੇ ਕੋਈ ਹੱਠ ਯੋਗ ਕਰ ਰਿਹਾ ਹੈ ਤੇ ਕੋਈ ਸਮੋਹਿਤ ਕਰਕੇ ਕਿਸੇ ਨੂੰ ਆਪਣੇ ਵਸ਼ 'ਚ ਕਰ ਰਿਹਾ ਹੈ। ਸਮਾਜ ਸਾਰਾ ਅੰਧੇਰੇ ਵਿੱਚ ਆ। ਤੇ ਭਾਈ ਤ੍ਰਿਖਾਣ ਜੀ ਆਖਣ ਲੱਗੇ ਕਿ ਮੈਂ ਉਮੀਦ ਕਰਦਾ ਹਾਂ ਕਿ ਗੁਰੂ ਜੀ ਦੇ ਪ੍ਰਕਾਸ਼ ਨਾਲ ਇਹ ਅੰਧੇਰਾ ਜ਼ਮਾਨੇ ਦਾ, ਸਮਾਜ ਦਾ ਦੂਰ ਹੋ ਜਾਊਗਾ। ਦੂਜੇ ਪਾਸੇ ਜਾਦੂਗਰਨੀ ਨੂਰ ਸ਼ਾਹ ਵੀ ਹੋਸ਼ 'ਚ ਆਉਣ ਲੱਗੀ। ਨੂਰ ਸ਼ਾਹ ਉੱਠੀ ਤੇ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਆਖਣ ਲੱਗੀ ਕਿ ਤੈਨੂੰ ਤੇਰੇ ਗੁਰੂ ਨੇ ਕਾਲੇ ਇਲਮ ਦਾ ਬਹੁਤ ਸ਼ੇਰਾਂ ਵਾਂਗੂ ਪਾਲਿਆ ਆ, ਤੂੰ ਸ਼ੇਰ ਆ ਤੇ ਤੂੰ ਹਾਰ ਨਹੀਂ ਸਕਦੀ, ਤੂੰ ਕਾਲੇ ਇਲਮ ਦੀ ਰਾਣੀ ਆ। ਪਰ ਅੱਜ ਇਹ ਕੀ ਹੋਇਆ ਕਿ ਸਾਰਾ ਸਮਰਾਜ ਜਿਹੜਾ ਮੈਂ ਆਪ ਬਣਾਇਆ ਸੀਗਾ ਉਹ ਮੇਰਾ ਵਿਦਰੋਹ ਕਿਉਂ ਕਰਨ ਲੱਗ ਪਿਆ? ਜਾਦੂਗਰੀ ਨੂਰ ਸ਼ਾਹ ਕਿ ਉਹ ਮੇਰਾ ਵਿਦਰੋਹ ਕਰਨ ਲੱਗ ਪਿਆ, ਤੇ ਜੇ ਹੁਣ ਵੀ ਤੂੰ ਸਮਝਦਾਰੀ ਨਾਲ ਕੰਮ ਨਾ ਲਿਆ ਤੇ ਤੂੰ ਸਾਰਾ ਕੁਝ ਖੋ ਦੇਂਗੀ। ਤੇ ਗੁਰੂ ਜੀ ਬਾਰੇ ਸੋਚਣ ਲੱਗੀ ਕਿ ਉਹ ਕੌਣ ਸੀ ਜਿਨ੍ਹਾਂ ਨੇ ਬਿਨਾਂ ਚਿੰਗਾਰੀ ਦੇ ਮੇਰਾ ਪੂਰਾ ਸਮਰਾਜ ਹੀ
ਜਲਾ ਦਿੱਤਾ ਕਿ ਉਹ ਲੜੇ ਵੀ ਨਹੀਂ, ਪਰੰਤੂ ਸਾਰਾ ਕੁਝ ਉਜਾੜ ਦਿੱਤਾ। ਅਤੇ ਉਹ ਗੁਰੂ ਜੀ ਨੂੰ ਆਪਣੇ ਤੋਂ ਵੀ ਵੱਡਾ ਜਾਦੂਗਰ ਸਮਝਣ ਲੱਗ ਪਈ ਕਿ ਸ਼ਾਇਦ ਉਹ ਮੇਰੇ ਤੋਂ ਵੀ ਵੱਡੇ ਜਾਦੂਗਰ ਆ। ਉਹ ਮਹਾਰਾਜ ਨੇ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ ਨੇ। ਅਤੇ ਉਹ ਨੂਰਸ਼ਾਹ ਸੋਚਣ ਲੱਗੀ ਕਿ ਜੇ ਮੈਨੂੰ ਉਹ ਵਾਪਸ ਚਾਹੀਦਾ ਸਾਰਾ ਕੁਝ ਆਪਣਾ, ਅਤੇ ਉਸ ਜਾਦੂਗਰ ਦੇ ਅੱਗੇ, ਗੁਰੂ ਜੀ ਨੂੰ ਜਾਦੂਗਰ ਸਮਝਣ ਲੱਗ ਪਈ ਸੀ ਉਹ, ਕਿ ਉਹ ਜਾਦੂਗਰ ਦੇ ਅੱਗੇ ਆਪਣਾ ਸਾਰਾ ਧਨ ਦੌਲਤ ਵਾਰ ਕੇ ਉਹਨੂੰ ਕਹਿੰਦੀ ਕਿ ਮੇਰਾ ਸਾਰਾ ਦਾਸ ਵੀ ਦੇ ਦੇ, ਮੇਰੀਆਂ ਦਾਸੀਆਂ ਵੀ ਦੇ ਦੇ, ਸਾਰੀ ਸ਼ੋਹਰਤ ਵਾਪਸ ਦੇ ਦੇ ਮੈਨੂੰ। ਹੁਣ ਇਹ ਸਭ ਕੁਝ ਸੋਚ ਕੇ ਨੂਰਸ਼ਾਹ ਨੇ ਆਪਣੇ ਮਹਿਲ ਨੂੰ ਤਾਲਾ ਲਾ ਦਿੱਤਾ ਅਤੇ ਗੁਰੂ ਜੀ ਨੂੰ ਮਿਲਣ ਲਈ ਜੰਗਲ ਦੇ ਖੁਫੀਆ ਰਾਸਤੇ ਤੋਂ ਜਾਣ ਲੱਗੀ। ਉਹਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਧਨ ਰੱਖਿਆ, ਦੌਲਤ ਰੱਖੀ, ਅਤੇ ਜਦੋਂ ਉੱਥੇ ਬੈਠਣ ਲੱਗੀ ਉਹਨੂੰ ਅਜੀਬ ਜੀ ਘਬਰਾਹਟ ਆਉਣ ਲੱਗ ਪਈ। ਹੁਣ ਉਹਦਾ ਸਰੀਰ ਸਾਰਾ ਟੁੱਟਣ ਲੱਗਿਆ। ਉਹਨੇ ਕੀ ਕੀਤਾ, ਗੁਰੂ ਜੀ ਦੇ ਕੋਲ ਬਹਿਣ ਦੀ ਬਜਾਏ ਪਿੱਛੇ ਗਈ ਅਤੇ ਗੁਰੂ ਜੀ ਤੋਂ ਥੋੜ੍ਹੀ ਦੂਰ ਜਾ ਕੇ ਬੈਠ ਗਈ। ਦੂਰ ਬੈਠਣ ਨਾਲ ਉਹਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ। ਨੂਰਸ਼ਾਹ ਗੁਰੂ ਜੀ ਨੂੰ ਦੇਖਣਾ ਚਾਹੁੰਦੀ ਸੀ, ਪਰ ਗੁਰੂ ਜੀ ਦੇ ਤੇਜ ਹੀ ਇੰਨਾ ਸੀ ਕਿ ਨੂਰਸ਼ਾਹ ਚਾਹ ਕੇ ਵੀ ਉਹਨਾਂ ਨੂੰ ਦੇਖ ਨਹੀਂ ਪਾ ਰਹੀ ਸੀ। ਅਤੇ ਨੂਰਸ਼ਾਹ ਆਖਣ ਲੱਗੀ, ਕਿਉਂਕਿ ਉਹ ਗੁਰੂ ਜੀ ਨੂੰ ਜਾਦੂਗਰ ਸਮਝਦੀ ਸੀ, ਅਤੇ ਆਖਣ ਲੱਗੀ, ਉਹ ਮਹਾਨ ਜਾਦੂਗਰ, ਮੈਂ ਸਮਝਦੀ ਸੀ ਕਿ ਨੂਰਸ਼ਾਹ ਤੋਂ ਵੱਡਾ ਇਸ ਪੂਰੀ ਦੁਨੀਆ ਦੇ ਵਿੱਚ ਕੋਈ ਜਾਦੂਗਰ ਨਹੀਂ ਹੈ, ਕਿ ਮੇਰੇ ਤੋਂ ਗਲਤੀ ਹੋ ਗਈ ਕਿ ਮੈਂ ਤੁਹਾਡਾ ਸ਼ਿਸ਼ ਭਾਈ ਮਰਦਾਨਾ ਜੀ ਨੂੰ ਬੰਦੀ ਬਣਾਇਆ, ਅਤੇ ਮੈਂ ਦਇਆ ਦੀ ਭੀਖ ਮੰਗਦੀ ਹਾਂ, ਮੈਨੂੰ ਮਾफ़ ਕਰ ਦਿਓ, ਮੈਂ ਤੁਹਾਡੇ ਹੀ ਸ਼ਰਨ ਦੇ ਵਿੱਚ ਆਈ ਹਾਂ। ਇਸ ਤਰ੍ਹਾਂ ਹੁਣ ਮਨ ਹੀ ਮਨ ਉਹਨੇ ਗੁਰੂ ਜੀ ਨੂੰ ਜਾਦੂਗਰ ਸਮਝ ਕੇ ਮਾफ़ੀ ਮੰਗ ਲਈ ਸੀ। ਸਾਰਿਆਂ 'ਤੇ ਦਇਆ ਕਰਨ ਵਾਲੇ ਦਿਆਲੂ, ਦੀਨ ਦਿਆਲੂ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਅਤੇ ਗੁਰੂ ਜੀ ਦਾ ਤੇਜ ਨੂਰਸ਼ਾਹ 'ਤੇ ਇੱਦਾਂ ਪਿਆ ਕਿ ਉਹ ਥੋੜ੍ਹੀ ਦੇਰ ਵਾਸਤੇ ਬੇਹੋਸ਼ ਹੋ ਗਈ। ਅਤੇ ਫਿਰ ਥੋੜ੍ਹੀ ਦੇਰ 'ਚ ਨੂਰਸ਼ਾਹ ਨੂੰ ਹੋਸ਼ ਆਇਆ ਅਤੇ ਉਹਨੇ ਆਪਣੀ ਝੋਲੀ ਫੈਲਾਈ ਅਤੇ ਗੁਰੂ ਜੀ ਦੇ ਕੋਲ ਆਉਣ ਲੱਗੀ, ਅਤੇ ਆ ਕੇ ਆਖਣ ਲੱਗੀ ਕਿ ਤੁਸੀਂ ਮਹਾਨ ਹੋ, ਤੁਸੀਂ ਮੇਰਾ ਧਨ ਦੌਲਤ ਸਭ ਕੁਝ ਲੈ ਲਓ, ਪਰ ਮੇਰੀ ਸ਼ਕਤੀਆਂ ਮੈਨੂੰ ਵਾਪਸ ਦੇ ਦਿਓ, ਮੇਰੀਆਂ ਦਾਸ ਦਾਸੀਆਂ ਮੈਨੂੰ ਵਾਪਸ ਦੇ ਦਿਓ। ਗੁਰੂ ਜੀ ਦੇ ਮੁਖ 'ਤੇ ਥੋੜ੍ਹੀ ਦੇਰ ਵਾਸਤੇ ਮੁਸਕਾਨ ਆਈ ਅਤੇ ਫਿਰ ਮੁਸਕਾਨ ਗਾਇਬ ਹੋ ਗਈ, ਅਤੇ ਨੂਰਸ਼ਾਹ ਗਿੜਗਿੜਾਉਣ ਲੱਗੀ ਕਿ ਮੇਰੇ 'ਤੇ ਦਇਆ ਖਾਓ ਜੀ, ਮੇਰੀ ਸ਼ਕਤੀਆਂ ਮੈਨੂੰ ਵਾਪਸ ਦੇ ਦਿਓ। ਅਤੇ ਗੁਰੂ ਜੀ ਬੋਲੇ ਕਿ ਭਾਈ ਮਰਦਾਨਾ ਜੀ, ਤੁਸੀਂ ਇਹਨਾਂ ਦੇ ਇੱਕ ਕੰਨ 'ਚ ਬੋਲੋ ਹੇ ਈਸ਼ਵਰ, ਅਤੇ ਦੂਜੇ ਕੰਨ 'ਚ ਭਾਈ ਤ੍ਰਿਖਾਨ ਜੀ ਤੁਸੀਂ ਬੋਲੋ ਹੇ ਈਸ਼ਵਰ। ਦੋਨਾਂ ਨੇ ਇੱਦਾਂ ਹੀ ਕੀਤਾ, ਨੂਰਸ਼ਾਹ ਦੇ ਕੰਨਾਂ ਵਿੱਚ ਬੋਲਿਆ ਹੇ ਈਸ਼ਵਰ, ਅਤੇ ਉਹ ਨੂਰਸ਼ਾਹ ਨੂੰ ਪਤਾ ਨਹੀਂ ਕੀ ਹੋਇਆ, ਉਹ ਆਖਣ ਲੱਗੀ ਕਿ ਕੋਈ ਮੈਨੂੰ ਬਚਾਓ, ਮੈਂ ਮਰਨ ਲੱਗੀ ਹਾਂ, ਮੈਂ ਮਰਨ ਲੱਗੀ ਹਾਂ, ਅਤੇ ਆਖਣ ਲੱਗੀ ਹੇ ਈਸ਼ਵਰ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ। ਇਹ ਬੋਲ ਕੇ ਉਹ ਫਿਰ ਥੋੜ੍ਹੀ ਦੇਰ ਵਾਸਤੇ ਬੇਹੋਸ਼ ਹੋ ਗਈ, ਅਤੇ ਥੋੜ੍ਹੀ ਦੇਰ ਬਾਅਦ ਨੂਰਸ਼ਾਹ ਨੂੰ ਹੋਸ਼ ਆਇਆ ਅਤੇ ਉੱਠ ਕੇ ਆਖਣ ਲੱਗੀ ਕਿ ਮੈਂ ਸੋਈ ਹੋਈ ਸੀ, ਪਰ ਹੁਣ ਮੈਂ ਜਾਗ ਗਈ ਹਾਂ। ਅਤੇ ਆਖਣ ਲੱਗੀ ਕਿ ਮੈਂ ਕੌਣ ਸੀ ਅਤੇ ਅੱਜ ਮੈਂ ਕੀ ਹੋ ਗਈ ਨੂਰਸ਼ਾਹ, ਇੱਦਾਂ ਲੱਗਦਾ ਸੀ ਜਿਵੇਂ ਕਿਸੇ ਰੋਗ ਨੇ ਮੈਨੂੰ ਜਕੜ ਰੱਖਿਆ ਸੀ, ਪਰੰਤੂ ਅੱਜ ਉਹ ਰੋਗ ਮੇਰਾ ਠੀਕ ਹੋਇਆ ਆ, ਦੂਰ ਹੋਇਆ ਆ। ਅਤੇ ਆਖਣ ਲੱਗੀ ਮੈਨੂੰ ਧਨ ਦੌਲਤ ਦਾਸ ਦਾਸੀਆਂ ਕੁਛ ਨਹੀਂ ਚਾਹੀਦੀਆਂ। ਇਹ ਆਖ ਕੇ ਨੂਰਸ਼ਾਹ ਉੱਥੋਂ ਚਲੀ ਗਈ। ਨੂਰਸ਼ਾਹ ਨੇ ਫਿਰ ਮਜ਼ਦੂਰੀ ਕੀਤੀ ਅਤੇ ਕੁਝ ਪੈਸੇ ਕਮਾ ਕੇ ਉਹਨੇ ਦਾਲ ਅਤੇ ਚਾਵਲ ਖਰੀਦੇ, ਆਪਣੇ ਮਹਿਲ 'ਤੇ ਉਹਨੇ ਦਾਲ ਚਾਵਲ ਬਣਾਏ ਅਤੇ ਵਾਪਸ ਗੁਰੂ ਜੀ ਦੇ ਸਥਾਨ 'ਤੇ ਪਹੁੰਚੀ ਉਹ ਦਾਲ ਚਾਵਲ ਲੈ ਕੇ। ਅਤੇ ਜਦੋਂ ਗੁਰੂ ਜੀ ਦੇ ਕੋਲ ਪਹੁੰਚੀ ਤਾਂ ਆਖਣ ਲੱਗੀ ਕਿ ਮੇਰੇ ਕੋਲ ਜੋ ਵੀ ਧਨ ਦੌਲਤ ਸੀ ਉਹ ਸਾਰੀ ਬੇਈਮਾਨੀ ਅਤੇ ਕਾਲੇ ਜਾਦੂ ਦੀ ਕਮਾਈ ਹੋਈ ਸੀ, ਉਸ ਕਾਲੀ ਕਮਾਈ ਤੋਂ ਖਰੀਦ ਕੇ ਮੈਂ ਤੁਹਾਨੂੰ ਭੋਜਨ ਨਹੀਂ ਖਵਾ ਸਕਦੀ ਸੀ, ਇਸ ਲਈ ਮੈਂ ਮਿਹਨਤ ਮਜ਼ਦੂਰੀ ਕਰਕੇ ਜੋ ਪੈਸਾ ਕਮਾਇਆ ਉਹਨਾਂ ਪੈਸਿਆਂ ਤੋਂ ਖਰੀਦ ਕੇ ਮੈਂ ਦਾਲ ਚਾਵਲ ਬਣਾਏ, ਗੁਰੂ ਜੀ ਕਿਰਪਾ ਕਰਕੇ ਭੋਜਨ ਕਰੀਏ। ਤਾਂ ਗੁਰੂ ਜੀ ਬੋਲੇ ਈਸ਼ਵਰ ਭਲਾ ਕਰੇਗਾ, ਪਰੰਤੂ ਤੂੰ ਆਪਣੇ ਮਹਿਲ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਰੱਖਿਆ ਹੈ, ਨਿਰਦੋਸ਼ੀਆਂ ਨੂੰ ਬੰਦੀ ਬਣਾ ਰੱਖਿਆ ਹੈ, ਜਦੋਂ ਤੱਕ ਉਹ ਲੋਕ ਤੇਰੇ ਮਹਿਲ 'ਚ ਬੰਦ ਨੇ ਅਤੇ ਇਹ ਭੋਜਨ ਮੇਰੇ ਗਲੇ ਤੋਂ ਥੱਲੇ ਕਿੱਦਾਂ ਜਾਊਗਾ। ਇਹ ਸੁਣ ਕੇ ਨੂਰਸ਼ਾਹ ਨੇ ਸਾਰੇ ਹੀ ਬੰਦੀਆਂ ਨੂੰ ਆਜ਼ਾਦ ਕਰ ਦਿੱਤਾ। ਸਾਰਾ ਸ਼ਹਿਰ ਇਹ ਜਾਣ ਚੁੱਕਿਆ ਸੀ ਕਿ ਨੂਰਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਗਤ ਬਣ ਚੁੱਕੀ ਹੈ। ਚਾਰੇ ਪਾਸੋਂ ਫਿਰ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਸੀ ਅਤੇ ਭੀੜ ਉਮੜ ਗਈ ਸੀ ਗੁਰੂ ਜੀ ਦੇ ਦਰਸ਼ਨ ਕਰਨ ਲਈ। ਅਤੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ, ਜਦੋਂ ਨੂਰਸ਼ਾਹ ਮੈਨੂੰ ਸਮੋਹਿਤ ਕਰ ਰਹੀ ਸੀ ਉਸ ਵੇਲੇ ਮੇਰੀ ਸੁੱਧ ਬੁੱਧ ਖੋ ਗਈ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ ਕਿ ਇਸ ਦਾ ਜਵਾਬ ਨੂਰਸ਼ਾਹ ਦੇਗੀ। ਨੂਰਸ਼ਾਹ ਨੇ ਫਿਰ ਸਾਰੇ ਲੋਕਾਂ ਨੂੰ ਦੱਸਿਆ ਕਿ ਮੈਂ ਜਦੋਂ ਛੋਟੀ ਸੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ, ਉਦੋਂ ਹੀ ਉੱਥੇ ਇੱਕ ਤਾਂਤਰਿਕ ਆਇਆ ਜਿਹਦਾ ਨਾਂ ਸੀ ਨੂਰਸ਼ਾਹ। ਜਦੋਂ ਮੈਨੂੰ ਕੋਈ ਵੀ ਠੀਕ ਨਹੀਂ ਕਰ ਪਾਇਆ ਸੀ ਤਾਂ ਮੈਨੂੰ ਉਸ ਤਾਂਤਰਿਕ ਨੂਰਸ਼ਾਹ ਨੇ ਠੀਕ ਕੀਤਾ ਸੀ। ਅਤੇ ਆਖਣ ਲੱਗੀ ਕਿ ਮੇਰੇ ਜਿਹੜੇ ਪਿਤਾ ਸੀ ਉਹ ਉਸ ਤਾਂਤਰਿਕ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਉਸ ਤਾਂਤਰਿਕ ਨੇ ਆਪਣੀ ਸਾਰੀ ਵਿੱਦਿਆ ਮਰਨ ਤੋਂ ਪਹਿਲਾਂ ਮੇਰੇ ਪਿਤਾ ਜੀ ਨੂੰ ਦੇ ਦਿੱਤੀ ਸੀ। ਅਤੇ ਇੱਦਾਂ ਹੀ ਮੇਰੇ ਪਿਤਾ ਜੀ ਨੇ ਵੀ ਉਹ ਸਾਰੀ ਵਿੱਦਿਆ ਮੈਨੂੰ ਦੇ ਦਿੱਤੀ ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨਿਧਨ ਹੋ ਗਿਆ।
ਇਸ ਤਰ੍ਹਾਂ ਇੱਕ ਛੋਟੀ ਜੀ ਬੱਚੀ ਜਿਹਦਾ ਨਾਮ ਬਰਬਤੀ ਥਾ, ਉਹ ਨੂਰ ਸ਼ਾਹ ਬਣ ਕੇ ਆਪਣੀ ਸ਼ਕਤੀਆਂ ਨਾਲ ਲੋਕਾਂ ਨੂੰ ਸਮੋਹਨ ਕਰਨ ਲੱਗੀ ਅਤੇ ਗਲਤ ਪ੍ਰਯੋਗ ਕਰਨ ਲੱਗੀ ਆਪਣੀ ਉਸ ਵਿੱਦਿਆ ਦਾ। ਇਸ ਤੋਂ ਬਾਅਦ ਫਿਰ ਨੂਰ ਸ਼ਾਹ ਨੇ ਉਹ ਆਪਣੀ ਸਾਰੇ ਗਲਤ ਕੰਮ ਛੱਡ ਦਿੱਤੇ ਅਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਜੀਣ ਲੱਗੀ। ਅਤੇ ਉਹ ਬੇਬੇ ਨਾਨਕੀ ਜੀ ਤੋਂ ਬਾਅਦ ਦੂਜੀ ਭਗਤ ਗੁਰੂ ਨਾਨਕ ਦੇਵ ਜੀ ਦੀ ਬਣ ਕੇ, ਦੂਸਰੀ ਸਿੱਖ ਬਣ ਕੇ ਉਹ ਨੂਰ ਸ਼ਾਹ ਸੀਗੀ, ਗੁਰੂ ਜੀ ਦੇ ਮਾਰਗ 'ਤੇ ਚੱਲਣ ਲੱਗ ਪਈ। ਅਤੇ ਉਸ ਨੂੰ ਸਿੱਧੇ ਰਾਹ ਪਾ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉੱਥੋਂ ਜਾਣ ਲੱਗੇ ਤਾਂ ਨੂਰ ਸ਼ਾਹ ਰੋਣ ਲੱਗੀ ਕਿ ਪ੍ਰਭੂ ਤੁਸੀਂ ਆਪਣੀ ਕੋਈ ਵਸਤੂ ਦੇ ਦਿਓ ਮੈਨੂੰ, ਕਿ ਜਿਹਦੇ ਨਾਲ ਮੈਂ ਤੁਹਾਡੀ ਯਾਦ ਦੇ ਵਿੱਚ ਰਵਾਂ ਅਤੇ ਸਿਮਰਨ ਕਰਦੀ ਰਵਾਂ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਉਦੋਂ ਇੱਕ ਬਰਛਾ ਹੁੰਦਾ ਸੀ, ਜਾਂ ਭਾਲਾ ਕਹਿ ਲਓ, ਉਹ ਉਹਨਾਂ ਨੇ ਰੱਖਿਆ ਹੁੰਦਾ ਸੀ ਧੰਨਪੁਰ। ਉੱਥੇ ਅੱਜ ਗੁਰਦੁਆਰਾ ਬਰਛਾ ਸਾਹਿਬ ਸਥਿਤ ਆ, ਉਹ ਉਹਨਾਂ ਨੇ ਨੂਰ ਸ਼ਾਹ ਨੂੰ ਦਿੱਤਾ ਸੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।